वाहिगुरू। ठीक है। वाहिगुरू साहिब जीओ, बलिहारी गुर अपने, दिवहाड़ी साधवार, जिन मानस ते देवते किए, करत न लागी बार। जे सौ चंदा उगवहें, सूरज चढ़े हजार। एते चानण होंदियां, गुर बिन घोर अंधार। सो कहो टल गुर सेविय, अहनिस सहज सुभाए। दर्शन परसे गुरु कै, जन्म मरण दुख जाए। दर्शन परसे गुरु कै, जन्म मरण दुख जाए। परम सन्मानयोग साहिब सच्चे पातशाह, जुगो जुग अटल धन गुरु ग्रंथ साहिब महाराज जी की पावन गोद अंदर सुभाएमान गुरु प्यारी साध संगत जी बड़भागे हाँ, जो धन गुरु तेग बहादुर महाराज जी के 400 साला प्रकाश दिहाड़े नूं मुख रखते हुए अमृत वेले के गुरमत समागमां अंदर हाज़री भर के साहिब जी की इलाही अमृतमई बाणी दे नाल अपने जीवन नूं जोड़ के गुरु जी की अपार बख्शिश रहमत के पात्र बन रहे सी। आओ साहिब जी के चरनां विच बैठ के सब ते उत्तम हर की कथा, नाम सुनत दर्द दुख लथा, साहिब जी की पावन बाणी की विचार साझी करनी है। सारिया संगतां दे चरनां विच बेनती है कि आओ गुरु चरनां विच पहुंचण की कृपालता करो, ताकि सानू अपने सतगुरु जी के पावन उपदेशों का ज्ञान हो सके ते असी गुरु अनुसारी हो के गुरु दीयां रहमतां दे पात्र बन सकी। आओ गुरु प्यारिओ, साहिब जी के पावन बचनों की विचार आरंभ करन तो पहला फतेह की सांझ करिए। आखो जी वाहिगुरू जी का खालसा, वाहिगुरू जी की फतेह। दुनिया अंदर रब ने अख अते नज़र संसार के हर एक मनुख नूं बख्शिश की है, पर आम बंदे की अख दे नालों गुरु की अख जिहड़ी है, गुरु की नज़र जिहड़ी है, वो दे लम्मी नज़र निहालीए वाली हुंदी है। इस करके जदों आपां धन गुरु गोबिंद सिंह महाराज जी की नज़र नूं तकदे हां, गुरु गोबिंद सिंह महाराज जी की अख ने दुनिया नूं तक के जो साडे सामने पावन उपदेश प्रगट कीते ने
ਉਹਨਾਂ ਨੇ ਸੱਚ ਅਤੇ ਝੂਠ ਦੇ ਵਿੱਚ ਪਰਖ ਕਰਨ ਵਿੱਚ ਕਦੇ ਕਮੀ ਨਹੀਂ ਆਉਣ ਦਿੱਤੀ। ਹਮੇਸ਼ਾ ਸੱਚ ਪ੍ਰਗਟ ਕੀਤਾ ਤੇ ਝੂਠ ਜਿਹੜਾ ਹੈ ਉਹ ਉਜਾਗਰ ਕੀਤਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਨਜ਼ਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਰੂਪ ਨੂੰ ਵੇਖਦੇ ਨੇ, ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਕਿ ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਕੀਤੇ ਨੇ। ਜਦੋਂ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਪੁੱਤਰ ਜੀ ਪਿਤਾ ਦੇ ਨਾਲ ਮਿਲਾਪ ਹੋਣ ਲੱਗਿਆ ਹੈ, ਕੋਈ ਗੁਰੂ ਕੀ ਬਾਣੀ ਦਾ ਸ਼ਬਦ ਉਚਾਰਨ ਕਰੋ। ਕੋਈ ਗੁਰੂ ਕੀ ਬਾਣੀ ਦਾ ਸ਼ਬਦ ਆਪਣੇ ਮੁਖ ਦੇ ਵਿੱਚੋਂ ਉਚਾਰਨ ਕਰਕੇ ਸੁਣਾਓ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਲਕਿ ਉਹਨਾਂ ਦੇ ਕਹਿਣ ਦਾ ਭਾਵ ਅਰਥ ਸੀ, ਅੱਜ ਮੈਨੂੰ ਇੰਨੀ ਖੁਸ਼ੀ ਆਪਣੇ ਪਿਤਾ ਨਾਲ ਮਿਲਾਪ ਕਰਨ ਵਿੱਚ ਨਹੀਂ ਹੋ ਰਹੀ, ਜਿੰਨੀ ਖੁਸ਼ੀ ਜਿੰਨਾ ਆਨੰਦ ਅੱਜ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਕੇ ਹੋ ਰਿਹਾ। ਜਿੰਨਾ ਟਿਕਾ, ਜਿੰਨੀ ਸ਼ਾਂਤੀ, ਜਿੰਨਾ ਸੁੱਖ ਮੈਨੂੰ ਅੱਜ ਗੁਰੂ ਨਾਲ ਮਿਲਾਪ ਕਰਨ ਦੇ ਵਿੱਚ ਪ੍ਰਾਪਤ ਹੋ ਰਿਹਾ ਹੈ, ਇੰਨੀ ਖੁਸ਼ੀ ਮੈਨੂੰ ਅੱਗੇ ਕਦੇ ਵੀ ਪ੍ਰਾਪਤ ਨਹੀਂ ਹੋਈ। ਤੇ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ, ਪਹਿਲਾ ਨਾਮ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦਾ ਨਾਮ ਹੈ ਚੱਕ ਨਾਨਕੀ। ਜਦੋਂ ਸਤਿਗੁਰੂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਆਪਣੀ ਤੋਤਲੀ ਆਵਾਜ਼ ਵਿੱਚ ਇਹ ਸ਼ਬਦ ਕਹੇ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੇਖ ਲਿਆ ਸੀ ਉਮਰ ਭਾਵੇਂ ਇਹਨਾਂ ਦੀ ਛੋਟੀ ਹੈ, ਪਰ ਇਹਨਾਂ ਦੀ ਨਜ਼ਰ ਜਿਹੜੀ ਹੈ, ਅੱਖ ਜਿਹੜੀ ਹੈ, ਉਹ ਬੜੀ ਪਾਰਖੂ ਹੈ, ਬੜੀ ਉੱਚੀ ਸੂਝ ਦੇ ਮਾਲਕ ਨੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨੂੰ ਤੱਕਿਆ, ਤੱਕਣ ਤੋਂ ਬਾਅਦ ਜਿਹੜੇ ਸ਼ਬਦ ਬੋਲੇ ਨਾ, ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਰੂਪ ਨੂੰ ਤੱਕਣ ਤੋਂ ਬਾਅਦ ਸ਼ਬਦ ਕਹੇ, ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਤੇ ਦੇ ਦਿੱਤਾ, ਪਰ ਆਪਣੇ ਮਾਲਕ ਦਾ ਭਰੋਸਾ ਨਹੀਂ ਜਿੱਤਿਆ ਗਿਆ। ਸੀਸ ਦਿਆ ਪਰ ਸਿਰ ਨਾ ਦਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸਿਰ ਦੇ ਦਿੱਤਾ, ਪਰ ਆਪਣਾ ਸਿਦਕ, ਆਪਣਾ ਭਰੋਸਾ, ਆਪਣੇ ਮਾਲਕ ਦੀ ਟੇਕ, ਆਪਣੀ ਦ੍ਰਿੜਤਾ, ਆਪਣੇ ਜੀਵਨ ਦੇ ਅੰਦਰ ਜੋ ਸਿਦਕ ਸੀ ਉਹਨੂੰ ਤਿਆਗਿਆ ਨਹੀਂ। ਪਰ ਇੰਨਾ ਕੁਝ ਆਪਣੇ ਜੀਵਨ ਦੇ ਅੰਦਰ ਗੁਣ ਧਾਰਨ ਕਰਨ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੁਨੀਆ ਨੂੰ ਹਮੇਸ਼ਾ ਦਿੱਤਾ ਹੀ ਹੈ, ਵੰਡਿਆ ਹੀ ਹੈ, ਪਰ ਵੰਡਣ ਤੋਂ ਬਾਅਦ, ਦੇਣ ਤੋਂ ਬਾਅਦ ਮੰਗਿਆ ਕੁਝ ਵੀ ਨਹੀਂ। ਸੰਸਾਰ ਦੇ ਬਹੁਤਾਤ ਲੋਕ ਨੇ ਉਹ ਦੁਨੀਆ ਤੋਂ ਖੋਣਾ ਜਾਣਦੇ ਨੇ, ਦੁਨੀਆ ਤੋਂ ਲੈਣਾ ਜਾਣਦੇ ਨੇ, ਦੁਨੀਆ ਨੂੰ ਦੇਣ ਦੀ ਭਾਵਨਾ ਕਿਸੇ ਦੀ ਨਹੀਂ। ਹਾਂ, ਜੇ ਦੁਨੀਆ ਦੇ ਲੋਕ ਵੰਡਦੇ ਨੇ, ਜੇ ਦੁਨੀਆ ਦੇ ਲੋਕ ਕਿਸੇ ਦੂਸਰੇ ਨੂੰ ਕੁਝ ਦਿੰਦੇ ਨੇ, ਉਹਦੇ ਪਿੱਛੇ ਭਾਵਨਾ ਹੈ ਇਹਦਾ ਦੁੱਗਣਾ ਮੈਨੂੰ ਮਿਲਣਾ ਚਾਹੀਦਾ ਹੈ। ਉਹਦੇ ਪਿੱਛੇ ਭਾਵਨਾ ਹੈ ਜੇ ਕਿਤੇ ਮੈਂ ਕਿਸੇ ਨੂੰ ਦਾਨ ਕਰਦਾ ਪਿਆ, ਉਹਦੇ ਨਾਲ ਮੇਰੀ ਸ਼ੋਭਾ ਹੋਣੀ ਚਾਹੀਦੀ, ਮੇਰੀ ਵਡਿਆਈ ਹੋਣੀ ਚਾਹੀਦੀ, ਮੇਰੀ ਇੱਜ਼ਤ ਹੋਣੀ ਚਾਹੀਦੀ। ਦੁਨੀਆ ਦੇ ਲੋਕ ਵੰਡਦੇ ਨੇ, ਪਰ ਵੰਡਦੇ ਇਸ ਤਰੀਕੇ ਦੇ ਨਾਲ ਨੇ, ਮੰਗਣ ਦੀ ਭਾਵਨਾ ਲੈ ਕੇ। ਆਪਾਂ ਰੋਜ਼ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਪੜ੍ਹਦੇ ਹਾਂ। ਆਸਾ ਦੀ ਵਾਰ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਪਰ ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਕਹਿੰਦੇ ਦਿੰਦੇ ਜ਼ਰੂਰ ਨੇ, ਪਰ ਚਾਹੁੰਦੇ ਨੇ ਹਜ਼ਾਰਾਂ ਗੁਣਾ ਉਹਦਾ ਮਿਲਣਾ ਚਾਹੀਦਾ ਹੈ। ਦਿੰਦੇ ਜ਼ਰੂਰ ਨੇ, ਪਰ ਚਾਹੁੰਦੇ ਨੇ ਇਹਦੇ ਨਾਲ ਸਾਡੀ ਸ਼ੋਭਾ ਹੋਣੀ ਚਾਹੀਦੀ। ਤਾਂ ਹੀ ਤੇ ਅਨੇਕਾਂ ਲੋਕ ਜਦੋਂ ਦਿੰਦੇ ਨੇ
ਆਪਣੀਆਂ ਤਸਵੀਰਾਂ ਖਿਚਾ ਕੇ ਆਪਣਾ ਆਪ ਪ੍ਰਗਟ ਕਰਦੇ ਨੇ ਵੀ ਅਸੀਂ ਦਿੱਤਾ। ਦੇਣ ਤੋਂ ਬਾਅਦ ਵੀ ਉਹ ਮੰਗਤੇ ਬਣ ਗਏ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹੋ ਜਿਹੇ ਦਾਤੇ ਨੇ, ਉਹਨਾਂ ਨੇ ਦੁਨੀਆ ਨੂੰ ਦਿੱਤਾ ਹੈ ਪਰ ਮੰਗਿਆ ਕੁਝ ਵੀ ਨਹੀਂ। ਕੀ ਕੀ ਦਿੱਤਾ? ਜਿੱਥੇ ਸਬਰ ਦਿੱਤਾ, ਸੰਤੋਖ ਦਿੱਤਾ, ਦ੍ਰਿੜਤਾ ਦਿੱਤੀ, ਨਿਰਭੈਤਾ ਦਿੱਤੀ, ਸਹਿਣਸ਼ੀਲਤਾ ਦਿੱਤੀ, ਅਡੋਲਤਾ ਦਿੱਤੀ, ਉੱਥੇ ਆਪਣਾ ਤਨ ਵੀ ਦੇ ਦਿੱਤਾ। ਉੱਥੇ ਆਪਣੀ ਪਤਨੀ, ਆਪਣਾ ਪੁੱਤਰ, ਆਪਣੇ ਪੋਤਰੇ, ਆਪਣੇ ਅਨੇਕਾਂ ਗੁਰਸਿੱਖ ਪਿਆਰੇ ਦੁਨੀਆ ਤੋਂ ਵਾਰ ਦਿੱਤੇ। ਪਰ ਵਾਰਨ ਤੋਂ ਬਾਅਦ ਮੰਗਿਆ ਕੁਝ ਨਹੀਂ, ਕਿਉਂਕਿ ਜਿਹੜਾ ਦੇਣ ਤੋਂ ਬਾਅਦ ਮੰਗਦਾ ਹੈ ਨਾ, ਜਿਹੜਾ ਦੇਣ ਤੋਂ ਬਾਅਦ ਮੰਗਣ ਦੀ ਭਾਵਨਾ ਰੱਖਦਾ ਹੈ, ਚੇਤੇ ਰੱਖਿਓ ਉਹ ਜਾਂ ਤੇ ਭਿਖਾਰੀ ਹੋਵੇਗਾ, ਮੰਗਤਾ ਹੋਵੇਗਾ, ਜਾਂ ਉਹ ਲਾਲਚੀ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਤੇ ਭਿਖਾਰੀ ਨੇ, ਨਾ ਤੇ ਮੰਗਤੇ ਨੇ, ਨਾ ਤੇ ਲੋਭੀ ਨੇ, ਨਾ ਤੇ ਲਾਲਚੀ ਨੇ। ਗੁਰੂ ਤੇਗ ਬਹਾਦਰ ਜੀ ਤੇ ਦਾਤੇ ਨੇ। ਉਹਨਾਂ ਨੇ ਦੁਨੀਆ ਨੂੰ ਸਭ ਕੁਝ ਦਿੱਤਾ ਹੈ ਪਰ ਕਦੇ ਮੰਗਿਆ ਕੁਝ ਵੀ ਨਹੀਂ। ਮੰਗਿਆ ਕੁਝ ਵੀ ਨਹੀਂ। ਇਸੇ ਕਰਕੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਕਹੇ, ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆ ਰੂਪ ਹੈ ਦੁਨੀਆ ਦੇ ਲੋਕੋ। ਉਹਨਾਂ ਨੇ ਆਪਣਾ ਸਿਰ ਤੇ ਦੇ ਦਿੱਤਾ ਹੈ ਪਰ ਆਪਣਾ ਸਿਦਕ, ਆਪਣਾ ਭਰੋਸਾ, ਆਪਣੇ ਮਾਲਕ ਦੀ ਟੇਕ ਆਪਣੇ ਜੀਵਨ ਦੇ ਵਿੱਚੋਂ ਕਦੇ ਜਾਣ ਨਹੀਂ ਦਿੱਤੀ। ਲਓ ਆ ਪਹਿਲਾ ਗੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਵਿੱਚੋਂ ਆਪਣੇ ਪੱਲੇ ਬੰਨ੍ਹ ਲਈਏ। ਸਾਡਾ ਸਭ ਕੁਝ ਚਲਿਆ ਜਾਵੇ ਪਰ ਇੱਕ ਭਾਵਨਾ ਹੋਣੀ ਚਾਹੀਦੀ, ਮੇਰੇ ਮਾਲਕਾ ਕਿਰਪਾ ਕਰੀ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰੋ, ਅਸੀਂ ਆਪਣਾ ਸਭ ਕੁਝ ਗਵਾ ਦਈਏ ਪਰ ਤੇਰੀ ਸਿੱਖੀ ਸਾਡੇ ਜੀਵਨ ਦੇ ਵਿੱਚ ਬਚ ਜਾਵੇ। ਇਹ ਤੋਂ ਅਮੋਲਕ ਦਾਤ ਸਾਡੇ ਜੀਵਨ ਲਈ ਕੋਈ ਵੀ ਨਹੀਂ। ਤਾਂ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਸੁਚੇਤ ਕੀਤਾ ਸੀ, ਕਹਿੰਦੇ ਪਿਆਰਿਆ ਇਹੋ ਜਿਹੇ ਲੋਕਾਂ ਤੋਂ ਬਚ ਜਿਹੜੇ ਤੈਨੂੰ ਦਿੰਦੇ ਤੇ ਜ਼ਰੂਰ ਨੇ ਪਰ ਦੇਣ ਤੋਂ ਬਾਅਦ ਭਾਵਨਾ ਰੱਖਦੇ ਨੇ ਮਿਲੇਗਾ ਕੀ। ਤੇ ਮੇਰੇ ਸਤਿਗੁਰੂ ਜੀ ਨੇ ਸੁਚੇਤ ਕੀਤਾ, ਕਹਿੰਦੇ ਚੇਤੇ ਰੱਖੀ ਇਹੋ ਜਿਹੇ ਲੋਕਾਂ ਤੋਂ ਬਚਾਅ ਰੱਖ। ਇਹੋ ਜਿਹੇ ਲੋਕਾਂ ਦੀ ਹਾਲਤ ਇਹ ਹੈ, ਜਦੋਂ ਤੱਕ ਤੇਰੇ ਕੋਲ ਦਾਤਾਂ ਨੇ ਉਦੋਂ ਤੱਕ ਤੇਰੇ ਨਾਲ ਜੁੜਨਗੇ, ਜਿੱਦਣ ਦਾਤਾਂ ਖਤਮ ਹੋ ਗਈਆਂ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਈ। ਇਹਨਾਂ ਵਿੱਚੋਂ ਕੋਈ ਤੇਰਾ ਨਹੀਂ ਬਣਨਾ। ਇਸ ਕਰਕੇ ਇਹਨਾਂ ਨਾਲ ਇੰਨੀ ਸਾਂਝ ਨਾ ਰੱਖ, ਇਹਨਾਂ ਤੇ ਇੰਨਾ ਭਰੋਸਾ ਨਾ ਰੱਖ, ਇੰਨੀ ਟੇਕ ਨਾ ਰੱਖ। ਆਪਣੇ ਮਾਲਕ ਤੇ ਭਰੋਸਾ ਰੱਖਿਆ ਕਰ, ਕਿਉਂਕਿ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਭਲਿਆ ਸਾਰੇ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ, ਉਹਦੇ ਉੱਪਰ ਭਰੋਸਾ ਬਣਾ ਕੇ ਰੱਖ ਜੇ ਜੀਵਨ ਵਿੱਚ ਟਿਕਾ ਚਾਹੀਦਾ ਹੈ। ਇਹ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਤਸਵੀਰ। ਆ ਹੈ ਅਸਲ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸਲੀ ਰੂਪ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਗਟ ਕੀਤਾ ਕਿ ਸਤਿਗੁਰੂ ਜੀ ਨੇ ਦੁਨੀਆ ਨੂੰ ਦਿੱਤਾ ਹੈ ਪਰ ਮੰਗਿਆ ਕੁਝ ਵੀ ਨਹੀਂ। ਇਹੋ ਜਿਹੇ ਦੀਨ ਦਿਆਲ ਸਤਿਗੁਰੂ ਜੀ ਦਾ ਜਨਮ 1 ਅਪ੍ਰੈਲ 1621 ਨੂੰ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਮਾਤਾ ਨਾਨਕੇ ਦੀ ਕੁੱਖੋਂ ਅੱਜ 5ਵਾਂ ਪੁੱਤਰ ਪੈਦਾ ਹੋਇਆ। ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਇਸ 5ਵੇਂ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਕੇ ਨਾਮ ਰੱਖਿਆ ਸੀ ਤਿਆਗ ਮੱਲ। ਪਹਿਲਾ ਨਾਮ ਹੈ ਤਿਆਗ ਮੱਲ। ਪਰ ਨਾਮ ਦੇ ਵਿੱਚ ਵੀ ਕਿੱਡੇ ਗੁਣ ਨੇ। ਅੱਜ ਸਾਡੇ ਬੱਚਿਆਂ ਦੇ ਨਾਮ ਤੇ ਬੜੇ ਸੋਹਣੇ ਨੇ ਪਰ ਗੁਣ ਨਹੀਂ ਹੁੰਦੇ, ਉਦਾਂ ਦਾ ਜੀਵਨ ਨਹੀਂ ਹੁੰਦਾ। ਜਿਨ੍ਹਾਂ ਦੇ ਕੋਲ ਗੁਣ ਨਹੀਂ ਉਹਨਾਂ ਦੇ ਨਾਮ ਨੂੰ ਵੀ ਲਾਹਨਤ ਮੇਰੇ ਪਾਤਸ਼ਾਹ ਜੀ ਨੇ ਪਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਦਣ ਔਰੰਗਜ਼ੇਬ ਦਾ ਨਾਮ ਪੜ੍ਹਿਆ ਸੀ ਨਾ, ਉਦਣ ਇੱਕ ਸ਼ਬਦ ਕਿਹਾ ਸੀ, ਕਹਿੰਦੇ ਔਰੰਗਜ਼ੇਬ ਤੇਰਾ ਨਾਮ ਤੇ ਬੜਾ ਸੋਹਣਾ ਹੈ। ਔਰੰਗਜ਼ੇਬ ਨਾਮ ਦੇ ਅਰਥ ਇਹ ਬਣਦੇ ਨੇ ਉਹ ਬੰਦਾ
ਜਿਹੜਾ ਤਖਤ ਅਤੇ ਤਾਜ ਦੀ ਸ਼ੋਭਾ ਵਧਾਉਣ ਵਾਲਾ ਹੁੰਦਾ ਹੈ, ਜਿਹੜਾ ਤਖਤ ਅਤੇ ਤਾਜ ਦੀ ਸ਼ੋਭਾ ਵਧਾ ਦੇਵੇ। ਔਰੰਗਜ਼ੇਬ ਸ਼ਬਦ ਦੇ ਅਰਥ ਇਹ ਨੇ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਪਰ ਔਰੰਗਜ਼ੇਬ ਤੇਰਾ ਨਾਮ ਤੇ ਬੜਾ ਖੂਬਸੂਰਤ ਹੈ, ਪਰ ਤੇਰੇ ਅੰਦਰ ਉਹ ਗੁਣ ਨਹੀਂ। ਉੱਥੇ ਸ਼ਬਦ ਕਹੇ ਸਨ, ਕਹਿੰਦੇ ਨਾ ਜੇਬਦ ਤੁਰਾ ਨਾਮੇ ਔਰੰਗਜ਼ੇਬ, ਜੇ ਔਰੰਗਜ਼ੇਬਾ ਨਾ ਆਇਦ ਫਰੇਬ। ਕਹਿੰਦੇ ਜੇ ਤੂੰ ਔਰੰਗਜ਼ੇਬ ਹੈ ਫਿਰ ਤੇ ਤੇਰੀ ਜ਼ਿੰਦਗੀ ਵਿੱਚ ਧੋਖਾ ਨਹੀਂ ਹੋਣਾ ਚਾਹੀਦਾ, ਫਿਰ ਤੇ ਤੇਰੇ ਜੀਵਨ ਵਿੱਚ ਛਲ ਕਪਟ ਨਹੀਂ ਹੋਣਾ ਚਾਹੀਦਾ। ਲਾਹਨਤ ਹੈ ਤੇਰੇ ਇਹੋ ਜਿਹੇ ਸੋਹਣੇ ਨਾਮ ਤੇ, ਕਿਉਂਕਿ ਤੂੰ ਆਪਣੇ ਜੀਵਨ ਵਿੱਚ ਗੁਣ ਨਹੀਂ ਪੈਦਾ ਕੀਤੇ, ਨਾਮ ਚੰਗਾ ਰੱਖ ਲਿਆ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿ ਰਹੀ? ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਪਰ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਕਹਿੰਦੇ ਗੰਦਗੀ ਦਾ ਕੀੜਾ ਹੈ ਉਹ ਬੰਦਾ ਜਿਹਦੇ ਕੋਲ ਨਾਮ ਤੇ ਬੜਾ ਚੰਗਾ ਹੈ ਪਰ ਗੁਣ ਨਹੀਂ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਨਾਮ ਹੀ ਤੁਸੀਂ ਪੜ੍ਹੋ, ਕੱਲਾ ਨਾਮ ਹੀ ਨਹੀਂ ਮੇਰੇ ਪਾਤਸ਼ਾਹ ਜੀ ਦਾ ਤਿਆਗ ਮੱਲ, ਪਰ ਉਹ ਤਿਆਗ ਦੇ ਵਿੱਚ ਕਿੱਡੇ ਵੱਡੇ ਮੱਲ ਨੇ, ਕਿੱਡੇ ਵੱਡੇ ਪਹਿਲਵਾਨ ਨੇ, ਕਦੇ ਧਿਆਨ ਮਾਰ ਕੇ ਵੇਖੋ। ਵੈਸੇ ਗੁਰੂ ਨਾਨਕ ਦੇ ਘਰ ਵਿੱਚ ਤਿਆਗੀ ਪ੍ਰਵਾਨ ਨਹੀਂ, ਜਿਹਨੇ ਆਪਣਾ ਘਰ-ਬਾਰ ਛੱਡ ਦਿੱਤਾ, ਜਿਹਨੇ ਆਪਣਾ ਪਰਿਵਾਰ ਛੱਡ ਦਿੱਤਾ, ਜਿਹਨੇ ਆਪਣੇ ਧੀਆਂ ਪੁੱਤਰ ਛੱਡ ਦਿੱਤੇ, ਜਿਹਨੇ ਆਪਣੀ ਕਿਰਤ ਛੱਡ ਦਿੱਤੀ, ਇਹੋ ਜਿਹਾ ਤਿਆਗੀ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ। ਪਰ ਪੁੱਛੀਏ ਤਾਂ ਸਹੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਤੁਹਾਡੇ ਪਿਤਾ ਨੇ ਤੁਹਾਡਾ ਨਾਮ ਤਿਆਗ ਮੱਲ ਰੱਖਿਆ। ਸਾਹਿਬ ਜੀ ਤਿਆਗਣਾ ਕੀ ਹੈ? ਹੁਣ ਧਿਆਨ ਦੇਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 59 ਸ਼ਬਦ ਨੇ, 57 ਸ਼ਲੋਕ ਨੇ। 59 ਸ਼ਬਦਾਂ ਦੇ ਵਿੱਚ ਜਿਹੜਾ ਪਹਿਲਾ ਸ਼ਬਦ ਹੈ ਨਾ, ਗੌੜੀ ਰਾਗ ਦੇ ਵਿੱਚ 219 ਅੰਕ ਤੇ ਸ਼ੁਰੂ ਹੁੰਦਾ, ਗੌੜੀ ਮਹਿਲਾ 9। ਤੇ ਪਹਿਲੇ ਸ਼ਬਦ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜੇ ਮੇਰੇ ਕੋਲੋਂ ਪੁੱਛਦਾ ਹੈ ਕਿ ਤਿਆਗਣਾ ਕੀ ਹੈ, ਤੇ ਮੇਰੇ ਪਾਤਸ਼ਾਹ ਜੀ ਨੇ ਫਿਰ ਸ਼ਬਦ ਕਹੇ ਸਨ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੇ, ਤਾਤੇ ਐਨਿਸ ਭਾਗੋ, ਦੁੱਖ ਸੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ, ਆਸਾ ਮਨਸਾ ਸਗਲ ਤਿਆਗੈ, ਖੋਜੈ ਪਦ ਨਿਰਵਾਨਾ, ਕਹੋ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਕਹਿੰਦੇ ਤਿਆਗਣਾ ਹੈ ਆਪਣੇ ਮਨ ਦਾ ਅਹੰਕਾਰ ਤਿਆਗ। ਬੰਦਾ ਗੁਰੂ ਦੇ ਘਰ ਵਿੱਚ ਆ ਕੇ ਸਿਰ ਝੁਕਾ ਕੇ ਡੰਡੌਤ ਕਰਕੇ ਬੜੇ ਚੰਗੇ ਤਰੀਕੇ ਨਾਲ, ਬੜੀ ਨਿਮਰਤਾ ਦੇ ਨਾਲ ਨਮਸਕਾਰ ਕਰ ਦਿੰਦਾ, ਪਰ ਮਨ ਦਾ ਅਹੰਕਾਰ ਨਹੀਂ ਜੇ ਤਿਆਗਦਾ। ਗੁਰੂ ਦੇ ਘਰ ਵਿੱਚ ਆ ਕੇ ਵੀ ਆਪਣੇ ਹੀ ਗੁਣ ਗਾਉਂਦਾ ਬਹੁਤੀ ਵਾਰੀ ਬੰਦਾ। ਪੂਰੀ ਅਰਦਾਸ ਤੁਸੀਂ ਪੜ੍ਹੋ, ਉਹਦੇ ਵਿੱਚ ਸ਼ਬਦ ਕਹੇ ਜਾਂਦੇ ਨੇ ਕਿ ਤਿੰਨਾਂ ਪਿਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦਾ ਧਿਆਨ ਨਹੀਂ ਧਰਿਆ। ਬਹੁਤੀ ਵਾਰ ਕਈ ਥਾਵਾਂ 'ਤੇ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ, ਜੇ ਗੁਰੂ ਘਰ ਦਾ ਗ੍ਰੰਥੀ ਸਿੰਘ ਅਰਦਾਸ ਕਰਨ ਵੇਲੇ ਥੋੜ੍ਹਾ ਜਿਹਾ ਨਾਮ ਭੁੱਲ ਜਾਵੇ ਤੇ ਸਾਰਾ ਅੱਗ ਬਬੂਲਾ ਹੋ ਕੇ ਬੰਦਾ ਪਿੱਛੇ ਪੈ ਜਾਂਦਾ, ਤੂੰ ਮੇਰਾ ਨਾਮ ਗਲਤ ਕਿਉਂ ਬੋਲਿਆ। ਇਹਦਾ ਮਤਲਬ ਆਪਣੇ ਜੀਵਨ ਵਿੱਚ ਅਹੰਕਾਰ ਹੈ, ਆਪਣੇ ਨਾਮ ਦੀ ਚਰਚਾ ਦੇਖਣੀ ਚਾਹੁੰਦਾ ਸੀ। ਜਿਹੜੀਆਂ ਗੱਲਾਂ ਅਰਦਾਸ ਵਿੱਚ ਪਹਿਲਾਂ ਆਈਆਂ ਉਹਨਾਂ ਦਾ ਧਿਆਨ ਹੀ ਕੋਈ ਨਹੀਂ। ਸਤਿਗੁਰੂ ਜੀ ਕਹਿੰਦੇ ਮਨ ਦਾ ਅਹੰਕਾਰ ਤਿਆਗ ਆਪਣੇ ਜੀਵਨ ਵਿੱਚ ਚੇਤੇ ਰੱਖੀ। ਫਿਰ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਿਆਗ ਮੱਲ। ਤਿਆਗਣਾ ਕੀ ਹੈ? ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਕਾਮ ਅਤੇ ਕ੍ਰੋਧ ਦੀ ਸੰਗਤ ਤਿਆਗ, ਕਿਉਂਕਿ ਇਹ ਸੰਗਤ ਕਾਮ ਕ੍ਰੋਧ ਦੇ ਮਾੜੇ ਬੰਦੇ ਵਰਗੀ ਹੈ, ਦੁਰਜਨ ਵਰਗੀ ਹੈ। ਅੱਜ ਆਪਾਂ ਹਾਲਾਤ ਵੇਖ ਸਕਦੇ ਹਾਂ, ਸਾਡੇ ਆਲੇ ਦੁਆਲੇ ਕਾਮ ਅਤੇ ਕ੍ਰੋਧ ਨੇ ਕਿੰਨੀਆਂ ਜ਼ਿੰਦਗੀਆਂ ਉਜਾੜ ਦਿੱਤੀਆਂ, ਕਿੰਨੇ ਘਰਾਂ ਦਾ ਉਜਾੜਾ ਪਾ ਦਿੱਤਾ, ਕਿੰਨੀਆਂ ਇੱਜ਼ਤਾਂ ਦਾ ਖਿਲਵਾੜ ਕੀਤਾ। ਇਹ ਹਾਲਾਤ ਅਸੀਂ ਆਪਣੇ ਘਰਾਂ ਵਿੱਚ ਬੈਠ ਦੇਖ ਸਕਦੇ ਹਾਂ। ਪੁੱਤ ਆਪਣੇ ਪਿਓ ਦਾ ਕਾਤਲ ਬਣ ਗਿਆ ਕਿਉਂਕਿ ਕ੍ਰੋਧ ਦੀ ਸੰਗਤ ਕਰ ਲਈ, ਤਾਂ ਹੀ ਆਪਣੇ ਜੰਮਣ ਵਾਲੇ ਪਿਤਾ ਦਾ ਦਾੜਾ ਫੜ ਕੇ ਬਹਿ ਗਿਆ। ਆਪਣੇ ਜੀਵਨ ਦੇ ਅੰਦਰ ਕਾਮ ਅਤੇ ਕ੍ਰੋਧ ਦੀ ਸੰਗਤ ਨੇ ਇੰਨਾ ਉਜਾੜਾ ਪਾ ਕੇ ਰੱਖ ਦਿੱਤਾ, ਦੁਨੀਆ ਕੁਰਲਾ ਉੱਠੀ। ਮੇਰੇ ਸਤਿਗੁਰੂ ਜੀ ਕਹਿੰਦੇ ਪਿਆਰਿਆ, ਜੇ ਮੇਰਾ ਤੂੰ ਪ੍ਰਕਾਸ਼ ਦਿਹਾੜਾ ਮਨਾ ਰਿਹਾ ਨਾ,
ਫਿਰ ਕਾਮ ਅਤੇ ਕ੍ਰੋਧ ਦੀ ਸੰਗਤ ਤਿਆਗ। ਆਪਣੀ ਉਸਤਤ ਅਤੇ ਨਿੰਦਿਆ ਦੀ ਗੱਲ ਨਾ ਕਰ, ਬਲਕਿ ਤੇਰਾ ਜੀਵਨ ਤੇ ਇਹੋ ਜਿਹਾ ਹੋਣਾ ਜਿਹਦਾ ਉਸਤਤ ਨਿੰਦਾ ਦੋ ਤਿਆਗੇ। ਤੂੰ ਵਰਕ ਕਰ, ਤੂੰ ਕਰਮ ਕਰ ਆਪਣੇ ਜੀਵਨ ਵਿੱਚ ਗੁਰੂ ਅਨੁਸਾਰੀ। ਤੇਰੀ ਕੋਈ ਉਸਤਤ ਕਰੇ ਭਾਵੇਂ ਕੋਈ ਨਿੰਦਿਆ ਕਰੇ, ਇਹਨਾਂ ਦੋਵਾਂ ਨੂੰ ਛੱਡ। ਮੈਂ ਤੇ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੈ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਸਤਿਗੁਰੂ ਜੀ ਕਹਿੰਦੇ ਤਿਆਗਣਾ ਕੀ ਹੈ? ਪਹਿਲਾ ਨਾਮ ਹੈ ਤਿਆਗ ਮਲ। ਤੇ ਤਿਆਗ ਦਾ ਅਰਥ ਕੀ ਤਿਆਗਣਾ? ਗੁਰੂ ਤੇਗ ਬਹਾਦਰ ਜੀ ਤੋਂ ਪੁੱਛੋ। ਮੇਰੇ ਸਤਿਗੁਰੂ ਜੀ ਕਹਿੰਦੇ, ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਕਹਿੰਦੇ ਆਪ ਤੇ ਤਰਦਾ ਹੀ ਹੈ ਉਹ ਪਿਆਰਾ, ਉਹ ਦੁਨੀਆ ਦੇ ਲੋਕਾਂ ਨੂੰ ਵੀ ਤਾਰਨ ਵਾਲਾ ਬਣ ਜਾਂਦਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਮਮਤਾ ਦਾ ਤਿਆਗ ਕਰਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹਨੂੰ ਛੱਡ ਦਿੰਦਾ। ਮੇਰੇ ਸਤਿਗੁਰੂ ਜੀ ਕਹਿੰਦੇ ਧਿਆਨ ਵਿੱਚ ਰੱਖ, ਜਿਹੇ ਵਿਖਿਆ ਸਗਲੇ ਤਜੇ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੈ ਭਾਗ। ਅਸੀਂ ਕਹਿੰਦੇ ਹਾਂ ਵੱਡੇ ਭਾਗ ਸਾਡੇ। ਮੇਰੇ ਸਤਿਗੁਰੂ ਜੀ ਕਹਿੰਦੇ ਉਹਦੇ ਚੰਗੇ ਭਾਗ ਨੇ ਜਿਹਨੇ ਇਸ ਸੰਸਾਰ ਦੀ ਵਿਖਿਆ ਦਾ ਤਿਆਗ ਕਰ ਦਿੱਤਾ। ਜਿਹੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ। ਕਹਿੰਦੇ ਉਹਦੇ ਅੰਦਰ ਹੀ ਰੱਬ ਦਾ ਨਿਵਾਸ ਹੋ ਗਿਆ ਜਿਹਨੇ ਇਸ ਜਗਤ ਦੀ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਨੂੰ ਤੁਸੀਂ ਪੜ੍ਹੋ, ਉਹਨਾਂ ਵਿੱਚੋਂ ਸਿੱਖਿਆ ਲਓ। ਤਿਆਗ ਮਲ ਪਹਿਲਾ ਨਾਮ ਹੈ। ਤਿਆਗਣਾ ਕੀ ਹੈ? ਮੇਰੇ ਸਤਿਗੁਰੂ ਜੀ ਕਹਿੰਦੇ ਜੇ ਤਿਆਗਣਾ ਚਾਹੁੰਦਾ ਹੈ, ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਜੇ ਤਿਆਗਣਾ ਹੈ ਪਿਆਰਿਆ, ਫਿਰ ਆਪਣੇ ਜੀਵਨ ਦੇ ਵਿੱਚ ਸਮਝ ਇਸ ਗੱਲ ਨੂੰ, ਇਤ ਮਾਰਗ ਚੱਲੈ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜੀਓ। ਤਿਆਗੈ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਇਉਂ ਪਾਵੈ ਹਰ ਦਰਸਾਵੜਾ ਨਾ ਲੱਗੈ ਤਤੀ ਬਾਉ ਜੀਓ। ਕਹਿੰਦੇ ਆਪਣੇ ਮਨਮਤ ਨੂੰ ਤਿਆਗ, ਗੁਰੂ ਦੇ ਘਰ ਵਿੱਚ ਆ ਕੇ ਆਪਣੀਆਂ ਮਨਮਰਜ਼ੀਆਂ ਨਾ ਕਰ, ਆਪਣੀ ਗੱਲ ਆਪਣੀ ਤਾਕਤ ਦੀ ਗੱਲ ਆਪਣੇ ਗੁਣਾਂ ਦੀ ਗੱਲ ਨਾ ਕਰ। ਇੱਥੇ ਆ ਕੇ ਤੇ ਅਰਦਾਸ ਕਰਨੀ। ਕਦੇ ਡਾਕਟਰ ਕੋਲ ਜਾ ਕੇ ਦੱਸਿਆ ਮੈਂ ਇੰਨਾ ਤੰਦਰੁਸਤ ਹਾਂ, ਉੱਥੇ ਜਾ ਕੇ ਕੀ ਕਹਿੰਦੇ ਆ? ਆਪਣੇ ਔਗਣਾਂ ਦੀ ਗੱਲ ਕਰਦੇ, ਆਪਣੀ ਪ੍ਰੋਬਲਮ ਦੀ ਗੱਲ ਕਰਦੇ ਆ, ਆਪਣੇ ਜੀਵਨ ਵਿੱਚ ਆਏ ਹੋਏ ਔਗਣ ਦੀ ਗੱਲ ਕਰਦੇ ਆ। ਮੈਨੂੰ ਆਹ ਬਿਮਾਰੀ ਲੱਗ ਗਈ, ਤੇ ਗੁਰੂ ਦੇ ਘਰ ਵਿੱਚ ਆਪਣੇ ਗੁਣਾਂ ਦੀ ਗੱਲ, ਮੈਂ ਇੰਨੇ ਪਾਠ ਕੀਤੇ, ਮੈਂ ਇੰਨਾ ਘੰਟੇ ਸਿਮਰਨ ਕੀਤਾ। ਨਹੀਂ ਕਰਨਾ, ਸਿਮਰਨ ਕਰਨਾ ਪਾਠ ਕਰਨਾ ਚੰਗੀ ਗੱਲ, ਪਰ ਸਭ ਕੁਝ ਕਰਨ ਤੋਂ ਬਾਅਦ ਹੱਥ ਜੋੜ ਕੇ ਅਰਦਾਸ ਕਰਨੀ, ਮੇਰੇ ਮਾਲਕਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਏ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ। ਕਰਨਾ ਹੈ ਪਰ ਮਾਣ ਨਹੀਂ ਕਰਨਾ, ਹਉਮੈ ਨਹੀਂ ਕਰਨੀ। ਤਾਂ ਹੀ ਤੇ ਗੁਰੂ ਨਾਨਕ ਨੇ ਬਾਣੀ ਵਿੱਚ ਪਹਿਲੀ ਬਾਣੀ ਵਿੱਚ ਹੀ ਗੱਲ ਕਹਿ ਦਿੱਤੀ, ਕਹਿੰਦੇ ਬਹੁਤਾਤ ਲੋਕ ਨੇ ਜਿਹੜੇ ਗਿਣਤੀਆਂ ਦੇ ਚੱਕਰਾਂ ਵਿੱਚ ਹੀ ਪੈ ਗਏ। ਤੇ ਗਿਣਤੀਆਂ ਦੀ ਗੱਲ ਕਰਦੇ ਹੋਇਆਂ ਗੁਰੂ ਨਾਨਕ ਨੇ ਸ਼ਬਦ ਕਹੇ ਸਨ, ਕਹਿੰਦੇ ਐਵੇਂ ਨਾ ਆਪਣੇ ਜੀਵਨ ਵਿੱਚ ਹਉਮੈ ਕਰ, ਮੈਂ ਇੰਨਾ ਕੁਝ ਕੀਤਾ। ਕਹਿੰਦੇ ਇੱਕ ਦੋ ਜੀਭੋਂ ਲੱਖ ਹੋਵੇਂ ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਏਤ ਰਾਹ ਪਤ ਪਬੜੀਆਂ ਚੜੀਏ ਹੋਏ ਅਕੀਸ। ਕਹਿੰਦੇ ਇੱਥੇ ਗਿਣਤੀਆਂ ਨਾਲ ਨਹੀਂ ਪਹੁੰਚਿਆ ਜਾ ਸਕਦਾ। ਤੂੰ ਕਹੇ ਮੇਰੇ ਕੋਲ ਮੈਂ ਲੱਖਾਂ ਵਾਰੀ ਰੱਬ ਦਾ ਨਾਮ ਲਿਆ, ਕਹਿੰਦੇ 20 ਲੱਖ ਜੀਭਾਂ ਹੋਣ, 20 ਲੱਖ ਜੀਭਾਂ ਦੇ ਨਾਲ 1 ਲੱਖ ਲੱਖ ਵਾਰੀ ਇੱਕ ਇੱਕ ਜੀਭ ਨਾਲ ਨਾਮ ਉਚਾਰਨ ਕਰੇ ਤਾਂ ਵੀ ਤੂੰ ਆਪਣੇ ਮਾਲਕ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਉਹਦੇ ਨਾਲ ਇੱਕ ਮਿੱਕ ਨਹੀਂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਆਪਣੇ ਮਨ ਦਾ ਮਾਣ ਤਿਆਗ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਚੁਗਲੀ ਈਰਖਾ ਦਵੈਸ਼ ਭੈੜੇ ਕਰਮਾਂ ਦਾ ਤਿਆਗ ਕਰਦੇ। ਤਿਆਗਣਾ ਕੀ ਹੈ? ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਹੀ ਕਿੱਡਾ ਵੱਡੀ ਸਿੱਖਿਆ ਦੇ ਰਿਹਾ। ਗੁਰੂ ਤੇਗ ਬਹਾਦਰ ਜੀ ਦੇ ਪਹਿਲੇ ਨਾਮ ਨੂੰ ਤੁਸੀਂ ਪੜ੍ਹੋ, ਪਹਿਲਾ ਸ਼ਬਦ ਹੈ ਤਿਆਗ। ਤਿਆਗਣਾ ਕੀ ਹੈ?
ਤੇ ਮੇਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਹੀ ਪੂਰਨੇ ਪਾਏ ਵੀ ਆਹ ਕਰਮ ਕਾਂਡ ਤਿਆਗ ਦੇ, ਆਹ ਭੈੜੇ ਵਿਚਾਰ ਤਿਆਗ ਦੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਕੁਰਕਸ਼ੇਤਰ ਦੀ ਧਰਤੀ ਦੇ ਉੱਪਰ ਬਾਰਨਾ ਪਿੰਡ ਵਿੱਚ ਪਹੁੰਚੇ ਸੀ ਨਾ, ਇੱਥੇ ਇੱਕ ਸਿੱਖ ਸੀ ਜਿਹਦਾ ਨਾਮ ਹੈ ਰਾਹਕ ਸਿੱਖ। ਸਤਿਗੁਰੂ ਜੀ ਨੇ ਇਹਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਇੱਕ ਗੱਲ ਕਹੀ ਸੀ, ਕਹਿੰਦੇ ਗੁਰੂ ਕਿਆ ਸਿੱਖਾ, ਜੇ ਆਪਣੇ ਘਰ ਵਿੱਚ ਖੁਸ਼ੀਆਂ ਚਾਹੁੰਦਾ ਹੈ, ਜੇ ਆਪਣੇ ਘਰ ਵਿੱਚ ਸੁੱਖ ਚਾਹੁੰਦਾ ਹੈ, ਜੇ ਆਪਣੇ ਘਰ ਦੇ ਵਿੱਚ ਆਨੰਦ ਚਾਹੁੰਦਾ ਹੈ, ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਫਿਰ ਚੇਤੇ ਰੱਖੀ ਆਪਣੀ ਜ਼ਿੰਦਗੀ ਦੇ ਵਿੱਚੋਂ ਗੰਦਾ ਧੂਮ ਬੰਸ ਤੇ ਤਿਆਗੋ। ਗੰਦਾ ਧੂਮ ਤੋਂ ਭਾਗ ਆ ਜਿਹੜਾ ਤੰਬਾਕੂ ਹੈ ਨਾ, ਇਹਨੂੰ ਆਪਣੇ ਬੰਸ ਵਿੱਚੋਂ ਹੀ ਤਿਆਗ ਦੇ। ਤਿਆਗਣਾ ਕੀ ਹੈ? ਗੰਦਾ ਧੂਮ ਬੰਸ ਤੇ ਤਿਆਗੋ, ਅਤ ਗਿਲਾਨ ਦੂਰ ਹੋਏ ਭਾਗੋ। ਕਹਿੰਦੇ ਇਹਦੇ ਨਾਲ ਅਤ ਦੀ ਗਿਲਾਨੀ ਪੈਦਾ ਕਰ, ਇਹਦੇ ਨਾਲ ਨਫ਼ਰਤ ਕਰ, ਤੰਬਾਕੂ ਦੇ ਨਾਲ ਇਹ ਤੋਂ ਦੂਰ ਚਲਿਆ ਜਾ। ਸਿੱਖ ਸੰਤਨ ਸੇਵਾ ਮਹਿ ਲਾਗੋ, ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਲੱਗ। ਆਪਣੀ ਜ਼ਿੰਦਗੀ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਸੰਗਤ ਕਰ, ਵੰਡ ਛਕੋ, ਕਰ ਕਿਰਤ ਅਨੁਰਾਗੋ। ਕਿਰਤ ਕਰਦਾ ਹੋਇਆ ਵੰਡ ਕੇ ਛਕਿਆ ਕਰ। ਤੇਰੇ ਘਰ ਵਿੱਚੋਂ ਖੁਸ਼ੀਆਂ ਕਦੇ ਖਤਮ ਨਹੀਂ ਹੋਣਗੀਆਂ, ਤੇਰੇ ਘਰ ਵਿੱਚੋਂ ਸੁੱਖ ਸ਼ਾਂਤੀ ਕਦੇ ਖਤਮ ਨਹੀਂ ਹੋਵੇਗੀ, ਤੇਰੇ ਜੀਵਨ ਵਿੱਚੋਂ ਆਨੰਦ ਕਦੇ ਵੀ ਨਹੀਂ ਜਾਵੇਗਾ ਜੇ ਆਪਣੀ ਜ਼ਿੰਦਗੀ ਵਿੱਚੋਂ ਨਸ਼ਿਆਂ ਦਾ ਤਿਆਗ ਕਰੇਗਾ। ਤਿਆਗਣਾ ਕੀ ਹੈ? ਅੱਜ ਬਹੁਤਾਤ ਸਾਡੇ ਘਰਾਂ ਵਿੱਚ ਸ਼ਾਇਦ ਘਟਨਾਵਾਂ ਵਾਪਰੀਆਂ ਹੋਣ। ਅਸੀਂ ਨਹੀਂ ਦਾਰੂ ਪੀਂਦੇ, ਅਸੀਂ ਨਹੀਂ ਨਸ਼ਾ ਕਰਦੇ, ਪਰ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਲਈ ਨਸ਼ਾ ਵੰਡ ਦਿੱਤਾ। ਤੇ ਕਈ ਖੁਸ਼ੀਆਂ ਦੇ ਵਿੱਚ ਫਿਰ ਗੋਲੀਆਂ ਚੱਲੀਆਂ ਨਾ, ਤੇ ਕਈ ਥਾਵਾਂ ਦੇ ਉੱਤੇ ਤੇ ਜਿਸ ਖਾਤਰ ਖੁਸ਼ੀਆਂ ਦਾ ਕਾਰਜ ਸੀ ਉਹ ਲਾੜਾ ਹੀ ਮਾਰ ਕੇ ਰੱਖ ਦਿੱਤਾ। ਉਹ ਲਾੜਾ ਹੀ ਮਰ ਗਏ। ਬਹੁਤਾਤ ਘਟਨਾਵਾਂ ਨੇ ਪਿਆਰਿਓ, ਜੇ ਕਿਤੇ ਗਿਣਤੀ ਕਰੀਏ ਤੁਹਾਡੇ ਸਾਹਮਣੇ ਵਾਪਰੀਆਂ ਨੇ। ਨਸ਼ਿਆਂ ਨੇ ਕਿੰਨਿਆਂ ਦੀ ਜ਼ਿੰਦਗੀ ਉਜਾੜ ਦਿੱਤੀ। ਲੋਕ ਕਹਿੰਦੇ ਸਨ ਪੰਜਾਬ 5 ਆਬਾਂ ਦੀ ਧਰਤੀ, ਕਹਿੰਦੇ ਹੁਣ 6ਵਾਂ ਦਰਿਆ ਨਸ਼ਿਆਂ ਦਾ ਵਰਤਦਾ ਪਿਆ। 5 ਆਬਾਂ ਨੇ ਜ਼ਿੰਦਗੀ ਦਿੱਤੀ ਸੀ, ਆ 6ਵੇਂ ਨੇ ਦੁਨੀਆ ਦਾ ਨਾਸ਼ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਜੇ ਤਿਆਗਣਾ ਹੈ ਆ ਨਸ਼ਿਆਂ ਦਾ ਤਿਆਗ ਕਰ। ਜੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਨਾ, ਹੱਥ ਜੋੜ ਕੇ ਬੇਨਤੀ, ਖੁਸ਼ੀ ਦਾ ਕਾਰਜ ਗੁਰੂ ਨਾਲ ਸ਼ੁਰੂ ਕਰਦੇ ਹਾਂ, ਚਾਹੁੰਦੇ ਹਾਂ ਸੁੱਖ ਮਿਲੇ, ਪਰ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਾਈ, ਜਿਉਂ ਬਾਂਸ ਵਜਾਈਏ ਫੂਕ। ਗੁਰੂ ਕੋਲ ਤੇ ਅਰਦਾਸ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਕਾਰਜਾਂ ਨੂੰ ਸਵਾਰ ਦਿਓ। ਤੇ ਵਿਗਾੜਿਆ ਕਿਨੇ ਭਾਈ? ਜਦੋਂ ਜਿੱਥੇ ਗੁਰੂ ਕੀ ਬਾਣੀ ਦਾ ਪਾਠ ਹੋਇਆ ਉੱਥੇ ਨਸ਼ਿਆਂ ਦੇ ਦੌਰ ਚਲਾ ਦਿੱਤੇ। ਬਾਅਦ ਵਿੱਚ ਗੁਰੂ ਸਾਹਿਬ ਹਾਲੇ ਆਪਣੇ ਨਿਜ ਅਸਥਾਨ 'ਤੇ ਨਹੀਂ ਪਹੁੰਚੇ, ਉੱਥੇ ਅਨੇਕਾਂ ਤਰ੍ਹਾਂ ਦੇ ਨਾਲ ਗੰਦੇ ਗੀਤ ਬਕਣ ਲੱਗ ਪਏ, ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਤਿਆਗ ਇਹਨਾਂ ਗੱਲਾਂ ਨੂੰ, ਇਹਨਾਂ ਭੈੜੇ ਬੋਲਾਂ ਨੂੰ ਛੱਡ। ਪਰ ਅਸੀਂ ਉਹਨਾਂ ਨੂੰ ਗ੍ਰਹਿਣ ਕਰਦੇ ਹਾਂ, ਤਾਂ ਕਰਕੇ ਗੁਰੂ ਦੇ ਘਰ ਵਿੱਚ ਆ ਕੇ ਵੀ ਸਾਡੇ ਘਰ ਵਿੱਚ ਸੁੱਖ ਨਹੀਂ ਬਣਦਾ ਪਿਆ, ਕਿਉਂਕਿ ਅਸੀਂ ਗੁਰੂ ਦੀ ਕਈ ਗੱਲ ਨਹੀਂ ਪ੍ਰਵਾਨ ਕਰਦੇ। ਤਿਆਗਣਾ ਕੀ ਹੈ? ਮੇਰੇ ਪਾਤਸ਼ਾਹ ਜੀ ਕਹਿੰਦੇ ਆਹ ਚੀਜ਼ਾਂ ਨੂੰ ਤਿਆਗ, ਕਿਰਤ ਕਰ, ਵੰਡ ਕੇ ਛਕਿਆ ਕਰ, ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚ ਲੱਗਿਆ ਕਰ। ਦੂਜਾ ਸ਼ਬਦ ਹੈ ਭਾਈ ਤਿਆਗ, ਮਲ। ਮਲ ਸ਼ਬਦ, ਮਲ ਦਾ ਅਰਥ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਅੰਤਰਗਤ ਤੀਰਥ ਮਲ ਨਹਾਓ, ਉੱਥੇ ਮਲ ਦਾ ਅਰਥ ਹੈ ਮਲ ਮਲ ਕੇ ਨਹਾਉਣਾ, ਆਪਣੀ ਮੈਲ ਲਾਉਣੀ। ਅਸੰਖ ਮਲੇਸ਼ ਮਲ ਭਖ ਖਾਹੇ, ਅਨੇਕਾਂ ਲੋਕ ਨੇ ਜਿਹੜੇ ਗੰਦਗੀ ਖਾ ਰਹੇ ਨੇ। ਮਲ ਦਾ ਅਰਥ ਗੰਦਗੀ। ਜਿਨੀ ਪਛਾਤਾ ਹੁਕਮ ਸੇ ਦਰਗਾਹ ਮਲ, ਜਿਨ੍ਹਾਂ ਨੇ ਰੱਬ ਦੇ ਹੁਕਮ ਨੂੰ ਪਛਾਣ ਲਿਆ ਉਹ ਮਾਲਕ ਦੀ ਦਰਗਾਹ ਨੂੰ ਮਲ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ। ਮਲ ਦਾ ਅਰਥ ਹੈ ਕਬਜ਼ਾ ਕਰਨਾ, ਜਿਵੇਂ ਮਲਣਾ। ਤੇ ਮਲ ਦਾ ਇੱਕ ਅਰਥ ਹੋਰ ਹੈ, ਹਉ ਗੁਸਾਈ ਦਾ ਪਹਿਲਵਾਨੜਾ,
मैं गुर मिल उच्च दुमालड़ा, सब होए सिंज इकट्ठिया, दई बैठा वेख आप जियो, बात बज्जन टमक भेरियां, मल लथे लैंदे फेरियां। निहत्ते पंच जवान, मैं गुर थापी दित्ती कंड जियो, मल दा इत्थे अर्थ है पहलवान। गुरु तेग बहादुर जी का नाम है त्याग मल, वो त्याग दे किड्डे वड्डे पहलवान ने, वो त्याग दे विच किड्डे पहलवान ने, किड्डे महान योधे ने वो, क्योंकि इसे त्याग तो अगे जाके तेग बनती है, इसे मल तो अगे जाके बहादुर बनता है। मल का अर्थ है पहलवान, ते सतगुरु जी त्याग दे किड्डे पहलवान ने। इतिहास की साखी तुसी सारिਆਂ ने सुनी। बच्चा अपने तन दे सोहणे कपड़े कदे किसी नूं दूसरे नूं देण लई तैयार नहीं हुंदा, पर गुरु तेग बहादुर जी किड्डे वड्डे पहलवान ने। अपने वड्डे भरा गुरदित्ता जी की बरात है, सारिਆਂ ने कीमती कपड़े पाए ने, की वेखदे ने बरात दे विच एक बच्चा खड़ा जिहदे कोल तन दे कपड़े ने, ठंड विच ठरदा पिया। त्याग मल ने उत्थे भी पहलवानी कीती, अपने तन का कीमती चोला ला के उस गरीब दे तन नूं ढकिया। अपनी जिंदगी दे विच अपने तन का चोला ला के गरीब दे तन नूं ढकिया। आप भावें ठंड विच ठरदे रहे पर गरीब की मदद की, क्योंकि गुरु दे घर का उपदेश है, घाल खाए किस हथों दे नानक राह पछाणै से। जे पर उपकार करना ना भाई, फिर अपने तन ते दुख झलने पैंदे ने। नहीं तो बहुत लोग ने जिहड़े कहंदे असीं ते बड़े चंगे काम कीते ने, सानूं दुख क्यों मिलिया। कदे ध्यान मार के वेखो अपने घर दे विच लग्गिया होया पक्खा, सोच के वेखो ये तो पुट्ठा लटकदा पिया, ये तो पुट्ठा लटकदा पिया। पर जदों ये घुमदा है ना, दूजियां नूं सुख दिंदा है, अपने आप नूं इहने घुमण घेरियां विच पाया है। आप ये घुमदा पिया, बड़े दुख चलदा, पुट्ठा लटकिया होया, पर दूजे नूं सुख देण दे लई अपने तन ते दुख झलने पैंदे ने। गुरु तेग बहादुर जी ने आ गुण प्रगट कीता से। कहंदे जे गुरु दीयां खुशियां चाहीदियां ने, फिर चेते रखी गरीब दा मूँह गुरु दी गोलक है। गरीब दी संभाल कर गुरु क्या सिखा। अपनी जिंदगी में ध्यान रखना। गुरु तेग बहादुर महाराज जी की समझा रहे हैं इतिहास विचों। मल का अर्थ है पहलवान। हुण पहलवानी अपने जीवन दे विचों गुण प्रगट किया। जदों बच्चा तन दे कपड़ियां तो अपने जीवन में आवाज़ार होके ठंड विच ठरदा पिया, मेरे सतगुरु जी ने कीमती चोला ला के उहदे तन नूं ढकिया। इहदा मतलब सी जे गुरु दीयां खुशियां लैणियां, जे गुरु नानक दे घर दी बख्शिश चाहीदी है, फिर गरीबां दी संभाल कर। गरीब दा मूँह गुरु दी गोलक है। पर चेते रखी, जे एक पासे गरीबां नूं लुट के, क्योंकि असीं दुकानदारी करते हैं, काम साडा किरत है, साडी कई तरह के वर्क ने साडे। सतगुरु जी की पावन बाणी ने यह गल कही, जे गरीब की संभाल करेगा गुरु की खुशी आवेगी, तो जे गरीब की लुट मार करेगा ना, फिर चेते रखी स्पष्ट जे वचन ने। जे गरीब नूं लुट के अपनी किरत नूं वड्डी करके धन दौलत का बहुत मालक तो बन जावेगा, पर चेते रखी ये ना सोची भी एक पासे रिश्वतखोरी ठगी चोरी की, दूजे पासे गुरुद्वारे जावांगा 500 रुपये की पर्ची कटावांगा तो गुरु रहमत करेगा। नहीं, मेरे सतगुरु जी ने उत्थे शब्द कहे, कहते गरीबां उपर जे खिंजै दाड़ी, पार ब्रह्म सा अगन में साड़ी। कहते आ दाड़ी तेरी इज्जत है भाई, चेते रखी रब तेरी दाड़ी नूं ही साड़ेगा जे तू गरीबां दी लुट मार करेगा, जे गरीबां दा उजाड़ा पावेगा, जे किसी दी किरत कमाई दे उपर अपनी नज़र रख के उहनूं
ਭੈੜੀ ਨੀਅਤ ਨਾਲ ਲੁੱਟਣਾ ਚਾਹੁੰਦਾ ਹੋਵੇਂਗਾ, ਤੇਰਾ ਭਲਾ ਕਦੇ ਨਹੀਂ ਹੋ ਸਕਦਾ। ਇਸ ਕਰਕੇ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਨਾਮ ਤਿਆਗ ਮੱਲ ਦਾ ਅਰਥ ਹੈ ਤਿਆਗ ਦੇ ਪਹਿਲਵਾਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਤਿਆਗ ਕੀਤਾ। ਆਪਾਂ ਕਹਿੰਦੇ ਜੀ ਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਜਿਹੜੀ ਵਿਰਾਗਮਈ, ਇਹ ਵਿਰਾਗ ਇੱਦਾਂ ਦਾ ਨਹੀਂ ਸੀ ਜਿਹੋ ਜਿਹਾ ਅਨੇਕਾਂ ਸੰਨਿਆਸੀਆਂ ਨੇ ਧਾਰਨ ਕੀਤਾ ਵੀ ਘਰ-ਬਾਰ ਛੱਡ ਦਿੱਤਾ, ਵਿਰਾਗ ਲੈ ਲਿਆ ਜੀ। ਨਹੀਂ, ਵਿਰਾਗ ਦਾ ਅਰਥ ਕੀ ਹੈ? ਆਪਣੇ ਜੀਵਨ ਦੇ ਵਿੱਚੋਂ ਭੈੜੇ ਕਰਮਾਂ ਤੋਂ ਪਾਸੇ ਹੋ ਜਾਣਾ। ਇਹ ਹੈ ਅਸਲ ਵਿੱਚ ਗੁਰਮਤਿ ਵਿੱਚ ਵਿਰਾਗ ਦਾ ਅਰਥ। ਗੁਰੂ ਤੇਗ ਬਹਾਦਰ ਜੀ ਤਿਆਗ ਦੇ ਕਿੱਡੇ ਪਹਿਲਵਾਨ ਨੇ। ਇਤਿਹਾਸ ਦੇ ਇਹ ਬੋਲ ਨੇ, ਜਿਸ ਵੇਲੇ ਧੀਰ ਮੱਲ ਨੇ ਸੀਹੇ ਮਸੰਦ ਨਾਲ ਮਿਲ ਕੇ ਗੋਲੀ ਚਲਾਈ ਸੀ ਨਾ ਗੁਰੂ ਤੇਗ ਬਹਾਦਰ ਜੀ ਦੇ ਉੱਪਰ, ਸਾਰੀ ਧਨ ਦੌਲਤ ਲੈ ਗਏ ਸੀ ਲੁੱਟ ਕੇ। ਭਾਈ ਮੱਖਣ ਸ਼ਾਹ ਲਵਾਣੇ ਨੇ ਆਪਣੀ ਫੌਜ ਲੈ ਕੇ ਧੀਰਮਲ ਦੇ ਉੱਪਰ ਹਮਲਾ ਕੀਤਾ ਤੇ ਧੀਰਮਲ ਦੇ ਘਰ ਵਿੱਚੋਂ ਜੋ ਦਾਤਾਂ ਗੁਰੂ ਤੇਗ ਬਹਾਦਰ ਜੀ ਦੀਆਂ ਲੈ ਕੇ ਗਿਆ ਸੀ, ਸਾਰਾ ਕੁਝ ਵਾਪਸ ਲੈ ਆਇਆ। ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਆਇਆ, ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਸੀ। ਪਰ ਤਿਆਗ ਦੇਖੋ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਥੇ ਸ਼ਬਦ ਕਹੇ ਸਨ, ਕਹਿੰਦੇ ਭਾਈ ਮੱਖਣ ਸ਼ਾਹ ਲਵਾਣੇ, ਆਹ ਜਿਹੜੀਆਂ ਚੀਜ਼ਾਂ ਧਨ ਦੌਲਤ ਹੈ ਨਾ, ਇਹ ਧੀਰਮਲ ਨੂੰ ਹੀ ਵਾਪਸ ਕਰ ਦੇ, ਨਹੀਂ ਤੇ ਉਹਦਾ ਅੰਦਰ ਸੜਦਾ ਰਹੇਗਾ। ਮੈਂ ਕਿਸੇ ਦੇ ਅੰਦਰ ਨੂੰ ਸਾੜਨ ਲਈ ਨਹੀਂ ਆਇਆ, ਮੈਂ ਸਾਰਿਆਂ ਦੇ ਜੀਵਨ ਵਿੱਚ ਸ਼ਾਂਤੀ ਪੈਦਾ ਕਰਨ ਲਈ ਆਇਆ। ਜੇ ਇਹ ਧਨ ਦੌਲਤ ਪ੍ਰਾਪਤ ਕਰਕੇ ਧੀਰਮਲ ਨੂੰ ਵੀ ਟਿਕਾ ਮਿਲ ਜਾਵੇ, ਫਿਰ ਇਹਦੇ ਨਾਲੋਂ ਸੌਖਾ ਰਸਤਾ ਕੀ ਹੋ ਸਕਦਾ? ਆਹ ਸਾਰੀ ਧਨ ਦੌਲਤ ਭਾਵੇਂ ਮੇਰੀ ਹੈ, ਮੈਂ ਰੱਖਣਾ ਨਹੀਂ ਚਾਹੁੰਦਾ, ਇਹ ਧੀਰਮਲ ਨੂੰ ਹੀ ਵਾਪਸ ਕਰਕੇ ਆ। ਤਿਆਗ ਸੀ ਇਹ। ਇਹ ਤਿਆਗ ਦਾ ਅਰਥ ਹੈ ਵੀ ਦੂਸਰੇ ਦਾ ਭਲਾ ਕਰਨ ਦੇ ਲਈ ਆਪਣੇ ਜੀਵਨ ਵਿੱਚ ਉਦਮ ਕਰਨਾ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਿਆਗ ਦੇ ਕਿੱਡੇ ਵੱਡੇ ਪਹਿਲਵਾਨ ਨੇ, ਕਿੱਡੇ ਮਹਾਨ ਉਹ ਤਿਆਗ ਦੇ ਵਿੱਚ ਨੇ। ਕਦੇ ਧਿਆਨ ਮਾਰ ਕੇ ਵੇਖੋ, ਜਦੋਂ ਕਿਸੇ ਨੇ ਆ ਕੇ ਫਰਿਆਦ ਕੀਤੀ, ਸੱਚੇ ਪਾਤਸ਼ਾਹ ਹੁਣ ਸਾਡੇ ਧਰਮ ਦੀਆਂ ਤੇਗਾਂ ਕਿਸੇ ਕੰਮ ਨਹੀਂ ਆ ਸਕਦੀਆਂ, ਹੁਣ ਗੁਰੂ ਨਾਨਕ ਦੇ ਘਰ ਦੀ ਤੇਗ ਹੀ ਸਾਡੇ ਧਰਮ ਨੂੰ ਬਚਾ ਸਕਦੀ। ਤੇ ਕਮਾਲ ਦੀ ਗੱਲ, ਆਪਣਾ ਤਨ ਵੀ ਕਿਸੇ ਦੇ ਧਰਮ ਨੂੰ ਬਚਾਉਣ ਲਈ ਵਾਰ ਦੇਣਾ। ਇਹਦੇ ਨਾਲੋਂ ਵੱਡਾ ਪਹਿਲਵਾਨ ਤਿਆਗ ਦਾ ਕੋਈ ਹੋ ਸਕਦਾ? ਇਹਦੇ ਨਾਲੋਂ ਮਹਾਨ ਕੋਈ ਤਿਆਗ ਦੇ ਵਿੱਚ ਦੁਨੀਆ ਦੇ ਉੱਪਰ ਰਹਿਬਰ ਹੋ ਸਕਦਾ, ਜਿਹੜਾ ਆਪਣਾ ਤਨ ਵਾਰ ਕੇ ਵੀ ਦੁਨੀਆ ਦਾ ਭਲਾ ਕਰਦਾ ਹੋਵੇ? ਗੁਰੂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਆਗਿਆ, ਸਭ ਕੁਝ ਤਿਆਗਿਆ, ਪਰ ਸਿਦਕ ਨਹੀਂ ਤਿਆਗਿਆ। ਆਪਣਾ ਸੀਸ ਦਿਆ ਪਰ ਸਿਰ ਨਾ ਦਿਆ। ਆਪਣੀ ਜ਼ਿੰਦਗੀ ਦੇ ਵਿੱਚੋਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਧਨ ਦੌਲਤ, ਜ਼ਮੀਨ ਜਾਇਦਾਦ, ਧੀਆਂ ਪੁੱਤਰ, ਸਾਕ ਸੰਬੰਧੀ ਸਾਰਾ ਕੁਝ ਹੀ ਵਾਰ ਦਿੱਤਾ, ਤਿਆਗ ਦਿੱਤਾ, ਪਰ ਆਪਣਾ ਸਿਦਕ, ਆਪਣੇ ਮਾਲਕ ਦਾ ਭਰੋਸਾ ਨਹੀਂ ਜੇ ਤਿਆਗਿਆ। ਜਦੋਂ ਹੁਣ ਇਹੀ ਤਿਆਗ ਅੱਗੇ ਜਾ ਕੇ ਆਪਾਂ ਪੜਾਂਗੇ, ਇਸੇ ਤਿਆਗ ਤੋਂ ਤੇਗ ਬਣਦੀ ਹੈ ਤੇ ਇਸੇ ਮੱਲ ਤੋਂ ਅੱਗੇ ਜਾ ਕੇ ਬਹਾਦਰ ਬਣਦਾ ਹੈ। 1634 ਦੇ ਵਿੱਚ 13 ਸਾਲਾਂ ਦੀ ਉਮਰ ਸੀ ਗੁਰੂ ਤੇਗ ਬਹਾਦਰ ਜੀ ਦੀ, ਜਦੋਂ ਕਰਤਾਰਪੁਰ ਦੀ ਭਿਆਨਕ ਜੰਗ ਛਿੜ ਗਈ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ 13 ਸਾਲਾਂ ਦੇ ਇਸ ਤਿਆਗ ਮੱਲ ਦੇ ਹੱਥ ਵਿੱਚ ਤੇਗ ਪਕੜਾਈ। ਤੇ ਜਦੋਂ ਤੇਗ ਚਲਾਈ, ਤੇਗ ਦੇ ਵਾਰ ਵੇਖ ਕੇ ਕਿਵੇਂ ਜ਼ਾਲਮਾਂ ਦਾ ਸੋਧਾ ਲਾਇਆ। ਉਦਣ 13 ਕੁ ਸਾਲਾਂ ਦੀ ਉਮਰ ਦੇ ਆਪਣੇ ਪੁੱਤ ਤਿਆਗ ਮੱਲ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਪੁੱਤਰਾ, ਤੂੰ ਤਿਆਗ ਵਿੱਚ ਹੀ ਮੱਲ ਨਹੀਂ, ਤੂੰ ਤਿਆਗ ਦਾ ਹੀ ਪਹਿਲਵਾਨ ਨਹੀਂ, ਤੂੰ ਤੇ ਤੇਗ ਵਿੱਚ ਵੀ ਬੜਾ ਬਹਾਦਰ ਹੈ। ਇਸ ਕਰਕੇ ਉਸ ਦਿਨ ਤੋਂ ਇੱਕ ਖਿਤਾਬ ਮਿਲਿਆ ਸੀ, ਅੱਜ ਤੋਂ ਬਾਅਦ ਤੇਰਾ ਨਾਮ ਤੇਗ ਬਹਾਦਰ ਹੈ। ਅੱਜ ਤੋਂ ਬਾਅਦ ਤੇਰਾ ਨਾਮ ਤੇਗ ਬਹਾਦਰ ਹੈ, ਤੂੰ ਤੇ ਤੇਗ ਵਿੱਚ ਵੀ ਬੜੀ ਬਹਾਦਰੀ ਦਿਖਾਈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆ ਨਾਮ ਪੜ੍ਹ ਕੇ ਧਿਆਨ ਵਿੱਚ ਰੱਖਿਓ। ਆਪਣੇ ਆਪਣੇ ਨਾਮ ਵੱਲ ਝਾਤ ਮਾਰਨੀ। ਜਿਹੋ ਜਿਹਾ ਸਾਡਾ ਨਾਮ ਹੈ, ਉਹੋ ਜਿਹੇ ਸਾਡੇ ਗੁਣ ਨੇ, ਉਹੋ ਜਿਹੇ ਸਾਡੇ ਕਰਮ ਨੇ। ਹੁਣ ਗੁਰੂ ਜੀ ਦੇ ਨਾਮ ਵਿੱਚੋਂ ਹੀ ਆਪਾਂ ਵੇਖੀਏ, ਲਤੀਫ ਨੂੰ ਤੁਸੀਂ ਪੜ੍ਹੋ, ਮੈਕਾਲਫ ਨੂੰ ਤੁਸੀਂ ਪੜ੍ਹੋ,
ਉਹ ਕਹਿੰਦੇ ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਵੰਡ ਕੇ ਆਉਂਦੇ ਨੇ ਨਾ ਦੁਨੀਆ ਨੂੰ ਦਾਤਾ, ਅਸਾਮ ਦੀ ਧਰਤੀ ਦੇ ਉੱਪਰ ਸਤਿਗੁਰੂ ਜੀ ਜਦੋਂ ਗਏ ਸਨ ਰਾਜਾ ਰਾਮ ਸਿੰਘ ਦੇ ਕੋਲ, ਉੱਥੋਂ ਦੇ ਲੋਕਾਂ ਨੇ ਗੁਰੂ ਜੀ ਦਾ ਬੜਾ ਸਤਿਕਾਰ ਕੀਤਾ ਤੇ ਇਤਿਹਾਸ ਕਹਿੰਦਾ ਇਸ ਫੇਰੀ ਦੇ ਵਿੱਚ ਉਸ ਸਮੇਂ ਦਾ 7 ਲੱਖ ਰੁਪਈਆ ਇਕੱਠਾ ਹੋਇਆ ਸੀ, ਜੋ ਗੁਰੂ ਦੇ ਚਰਨਾਂ ਵਿੱਚ ਚੜਾਵਾ ਚੜਿਆ, ਜੋ ਗੁਰੂ ਦੇ ਚਰਨਾਂ ਵਿੱਚ ਚੜਾਵਾ ਸੰਗਤ ਨੇ ਭੇਟਾ ਕੀਤੀ ਨਾ ਮਾਇਆ, ਉਹਦੀ 7 ਲੱਖ ਰੁਪਏ ਗਿਣਤੀ ਸੀ। ਪਰ ਮਨੋਹਰ ਸਿੰਘ ਮਾਰਕੋ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਣ ਵੇਖੋ, ਤੇਗ ਬਹਾਦਰ ਬਣਨ ਤੋਂ ਬਾਅਦ ਵੀ ਤਿਆਗ ਵਾਲਾ ਗੁਣ ਨਹੀਂ ਛੱਡਿਆ। ਜਿੰਨੀ ਕੁ ਮਾਇਆ ਆਪਣੇ ਰਸਤੇ ਦੇ ਖਰਚੇ ਲਈ ਚਾਹੀਦੀ ਸੀ ਨਾ, ਉਨੀ ਕੁ ਮਾਇਆ ਰੱਖੀ, ਬਾਕੀ ਸਾਰੀ ਮਾਇਆ ਉੱਥੋਂ ਦੇ ਗਰੀਬਾਂ ਵਿੱਚ ਵੰਡ ਦਿੱਤੀ, ਉੱਥੋਂ ਦੇ ਗਰੀਬਾਂ ਵਿੱਚ ਵੰਡ ਦਿੱਤੀ। ਤੇ ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਦੁਨੀਆ ਨੂੰ ਵੰਡ ਕੇ ਆਉਂਦੇ ਸਨ, ਉਦਣ ਚਾਹੁੰਦੇ ਸਨ ਕਿ ਹੁਣ ਮੈਨੂੰ ਤੇਗ ਬਹਾਦਰ ਨਾ ਕਹੋ, ਉਦਣ ਮੈਨੂੰ ਤੇਗ ਬਹਾਦਰ ਨਹੀਂ। ਜਿੱਦਣ ਵੰਡ ਕੇ ਆਉਂਦੇ ਸਨ, ਲਤੀਫ ਅਤੇ ਮੈਕਾਲਫ ਦੀ ਇਹ ਰਚਨਾ ਹੈ, ਉਹਦੇ ਬੋਲ ਨੇ। ਗੁਰੂ ਤੇਗ ਬਹਾਦਰ ਕਹਿੰਦੇ ਸਨ ਜਿੱਦਣ ਵੰਡ ਕੇ ਆਉਂਦੇ ਸਨ, ਉਦਣ ਕਹਿੰਦੇ ਸਨ ਹੁਣ ਤੇਗ ਬਹਾਦਰ ਨਹੀਂ, ਹੁਣ ਦੇਗ ਬਹਾਦਰ ਕਹੋ। ਉਹਨਾਂ ਦਾ ਤੀਜਾ ਨਾਮ ਦੇਗ ਬਹਾਦਰ, ਵੰਡਣਾ। ਹੁਣ ਤੇਗ ਬਹਾਦਰ ਨਹੀਂ, ਹੁਣ ਮੈਨੂੰ ਦੇਗ ਬਹਾਦਰ ਕਿਹਾ ਜਾਵੇ। ਤੇ ਲਤੀਫ ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਮੈਂ ਪੜ੍ਹਦਾ ਹਾਂ, ਜਿੱਥੇ ਉਹ ਤਿਆਗ ਮਲ ਨੇ, ਜਿੱਥੇ ਉਹ ਤੇਗ ਬਹਾਦਰ ਨੇ, ਜਿੱਥੇ ਉਹ ਦੇਗ ਬਹਾਦਰ ਬਣੇ, ਜਦੋਂ ਦੁਨੀਆ ਨੂੰ ਲੋੜ ਪਈ ਉਦੋਂ ਟੇਕ ਬਹਾਦਰ ਬਣ ਕੇ ਦੁਨੀਆ ਨੂੰ ਟੇਕ ਦਿੱਤੀ, ਦੁਨੀਆ ਨੂੰ ਸਹਾਰਾ ਦੇ ਦਿੱਤਾ। ਆ 4 ਨਾਮ ਗੁਰੂ ਤੇਗ ਬਹਾਦਰ ਜੀ ਦੇ ਜਗਤ ਵਿੱਚ ਪ੍ਰਗਟ ਨੇ। ਉਹ ਤਿਆਗ ਮੱਲ ਵੀ ਨੇ, ਉਹ ਤੇਗ ਬਹਾਦਰ ਵੀ ਨੇ, ਉਹ ਦੇਗ ਬਹਾਦਰ ਵੀ ਨੇ, ਉਹ ਟੇਕ ਬਹਾਦਰ ਵੀ ਨੇ। ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਦਾ ਆਸਰਾ ਲੈ ਲਿਆ, ਉਹਨਾਂ ਨੂੰ ਕਿਸੇ ਹੋਰ ਪਾਸੇ ਭਟਕਣ ਦੀ ਲੋੜ ਹੀ ਨਹੀਂ ਪਈ। ਇਸ ਕਰਕੇ ਯਤਨ ਕਰਿਓ ਆਪਣੇ ਜੀਵਨ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਦੀਆਂ ਕਥਾ ਕਹਾਣੀਆਂ ਕੇਵਲ ਸੁਣ ਕੇ ਨਾ ਜਾਇਓ, ਆਪਣੇ ਅੰਦਰ ਝਾਤ ਮਾਰ ਕੇ ਵੇਖੋ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਅਸੀਂ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਇਆ, ਗੁਰੂ ਦੇ ਬਚਨਾਂ ਅਨੁਸਾਰ ਹੀ ਸਾਡਾ ਜੀਵਨ ਬਣਿਆ। ਨਹੀਂ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਹੀ ਜਦੋਂ ਆਪਾਂ ਪੜ੍ਹਾਂਗੇ, ਕੁੱਤੇ ਦੇ 2 ਤਰ੍ਹਾਂ ਦੇ ਜੀਵਨ ਨੂੰ ਬਿਆਨ ਕੀਤਾ ਮੇਰੇ ਪਾਤਸ਼ਾਹ ਜੀ। ਕੁੱਤੇ ਦੇ ਜੀਵਨ ਦੇ 2 ਪੱਖ ਬਿਆਨ ਕੀਤੇ ਆਪਣੀ ਬਾਣੀ ਵਿੱਚ, 2 ਤਰ੍ਹਾਂ ਦਾ ਜੀਵਨ ਦੱਸਿਆ ਕੁੱਤੇ ਦਾ। ਸਤਿਗੁਰੂ ਜੀ ਕਹਿੰਦੇ ਇੱਕ ਕੁੱਤਾ ਉਹ ਹੈ ਜਿਹੜਾ ਅਵਾਰਾ ਘੁੰਮਦਾ ਹੈ, ਕਦੇ ਕਿਸੇ ਦਰਵਾਜ਼ੇ ਤੇ ਪੂਛ ਹਿਲਾਉਂਦਾ, ਕਦੇ ਕਿਸੇ ਦਰਵਾਜ਼ੇ ਤੇ ਪੂਛ ਹਿਲਾਉਂਦਾ। ਕੀ ਚਾਹੁੰਦਾ ਹੈ ਜੀ ਕੁੱਤਾ ਇਹ? ਵੀ ਬਹੁਤੇ ਸੁੱਖ ਮਿਲ ਜਾਣ, ਬਹੁਤੇ ਦਰਾਂ 'ਤੇ ਜਾਵਾਂਗਾ, ਬਹੁਤੇ ਸੁੱਖ ਮਿਲਣਗੇ, ਇਸੇ ਕਰਕੇ ਘੁੰਮਦਾ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਸੁਖ ਕਾ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸੁਆਨ ਜਿਉਂ ਡੋਲਤ, ਨਾ ਸੁਧ ਰਾਮ ਭਜਨ ਕੇ। ਕਹਿੰਦੇ ਆਹ ਜਿਹੜਾ ਅਵਾਰਾ ਕੁੱਤਾ ਹੈ, ਸੁੱਖਾਂ ਦੀ ਖਾਤਰ ਦਰ ਦਰ ਦੇ ਉੱਪਰ ਭਟਕਦਾ, ਪਰ ਮਿਲਦਾ ਕੀ ਹੈ? ਬਹੁਤੇ ਦੁੱਖ। ਕਿਸੇ ਨੇ ਟੁੱਕੜ ਪਾ ਦਿੱਤਾ ਤੇ ਕਿਸੇ ਨੇ ਡਾਂਗ ਮਾਰ ਦਿੱਤੀ। ਹੁਣ ਉਸ ਟੁੱਕੜ ਨਾਲੋਂ ਵੱਧ ਦੁੱਖ ਜਿਹੜਾ ਉਹਨੇ ਸਹਿਣ ਕੀਤਾ, ਡਾਂਗ ਦਾ ਸਹਿਣ ਕੀਤਾ, ਉਹ ਨਹੀਂ ਉਹਦੇ ਕੋਲੋਂ ਹੁਣ ਸਹਿਣ ਹੋਇਆ। ਸਤਿਗੁਰੂ ਜੀ ਕਹਿੰਦੇ ਆ ਕੁੱਤੇ ਦੇ ਜੀਵਨ ਵਿੱਚੋਂ ਸਿੱਖਿਆ ਲੈ, ਜੇ ਆਪਣੇ ਮਾਲਕ ਦੀ ਸੁੱਧ ਤਿਆਗ ਕੇ, ਜੇ ਆਪਣੇ ਮਾਲਕ ਦੀ ਟੇਕ ਤਿਆਗ ਕੇ ਦਰ ਦਰ ਉੱਪਰ ਭਟਕੇਂਗਾ, ਚਾਹੁੰਦਾ ਤੂੰ ਵੀ ਸੁੱਖ ਹੈ ਪਿਆਰਿਆ, ਮਿਲਣਗੇ ਬਹੁਤੇ ਦੁੱਖ। ਕਿਉਂਕਿ ਆਪਣੇ ਮਾਲਕ ਦੀ ਟੇਕ ਤਿਆਗਣ ਵਾਲਾ ਬੰਦਾ ਕਦੇ ਸੁਖੀ ਨਹੀਂ ਜੇ ਹੋ ਸਕਦਾ। ਦੂਜੀ ਗੱਲ, ਪਹਿਲਾਂ ਕੁੱਤੇ ਦੀ ਗੱਲ ਕੀਤੀ, ਇੱਦਾਂ ਦੇ ਕੁੱਤੇ ਵਾਲੇ ਗੁਣ ਨਾ ਧਾਰਨ ਕਰੀ, ਇੱਦਾਂ ਦਾ ਜੀਵਨ ਨਾ ਬਤੀਤ ਕਰੀ ਜਿਵੇਂ ਆਹ ਕੁੱਤਾ ਦਰ ਦਰ 'ਤੇ ਘੁੰਮਦਾ, ਇੱਦਾਂ ਨਾ ਬਣੀ। ਦੂਜੇ ਪਾਸੇ ਸਾਹਿਬ ਜੀ ਕਹਿੰਦੇ ਆਹ ਕੁੱਤੇ ਤੋਂ ਗੁਣ ਲੈ, ਆਹ ਕੁੱਤੇ ਤੋਂ ਸਿੱਖਿਆ ਲੈ। ਹੁਣ ਦੂਜਾ ਕੁੱਤੇ ਦਾ ਗੁਣ ਕੀ ਹੈ? ਮੇਰੇ ਪਾਤਸ਼ਾਹ ਜੀ ਕਹਿੰਦੇ ਸੁਆਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ।
नानक एह विद हर भजो एक मन होए एक चित। कहते आ जिहड़ा कुत्ता एक मालक दा बन के बैठा ना, हुण ध्यान मार के वेख, साडे घरां विच कुत्ते रखे होणगे जी कईयां ने। अपने आप दे सुख नूं त्याग के कुत्ते दी बीमारी दी गल करदे हैं, ਉਹਦੀ संभाल करते हैं, क्योंकि पता है मालक नूं इस कुत्ते दा मेरे तो बिना दूजा कोई नहीं। मालक नूं भी भरोसा है तो कुत्ता अपने मालक ते भरोसा बना के ਉਹਦੇ दर उपर ही टिकिया रहिंदा है। अपने मालक दे दर नूं छड्ड के थां थां ते नहीं भटकदा। जिहड़ा थां थां ते कुत्ता भटके मालक दी खुशी नहीं मिलदी, ਉਹਨੂੰ ਉਹਦੇ मार पैंदी है। हुण कुत्ते दे कोल भी एक गुण है, गुरु तेग बहादुर जी कहते जिहड़ा अपने मालक दा बन के रहिंदा है ना कुत्ता, बीमारी आवे उहदे तन ते उहदा इलाज कराउण लई दौड़दा, गर्मी आ गई उहदे शरीर नूं ठंडा रखण दे लई उद्यम करदा, सर्दी आ गई उहनूं सर्दी तो बचाउंदा है। हर एक पक्ष तो कदों उहनूं किहड़ा भोजन देना, किहड़ी चीज़ चाहिए, मालक अपने वल्लों पूरी उहदी पालना करदा, क्योंकि वह अपने मालक दा भरोसा जित चुकिया है। वो अपने मालक ते टेक रख के बैठा है। मेरे गुरु तेग बहादुर जी कहते बंदिया, जे तैनूं सुख चाहिदा, जे तैनूं टिका चाहिदा, ते तैनूं अपने जीवन दे विच खुशियां चाहिदियां ने ना, फिर अपने मालक दे उपर इदां भरोसा बना जिवें एक कुत्ते ने बनाया है। स्वामी को गृह ज्यों सदा, स्वान तजत नहीं नित, नानक एह विद हर भजो एक मन होए एक चित। एक मन एक चित हो के अपने मालक दे चरनां नाल जुड़। हुण ध्यान मार के वेखो, असीं एक मन एक चित हो के अपने मालक दे चरनां विच टिके हां जी। फिर रौला ये है भी सतगुरु जी असी तो इन्नी बाणी पढ़ी, इन्नी बाणी सुनी, इन्ने पाठ कीते, सुख नहीं मिलिया। मेरे सतगुरु जी कहते तेनों गल पता की कही सी, सुख मिलना सी, पर तू वचन पूरा नहीं कीता, तू वचन पूरा नहीं कीता, पूरा नहीं कमाया, अधूरा कमाया। तेनों गाउण लई कहा तू गाउण लग पिया, तेनों सुणन लई कहा तू सुणन लग पिया, तेनों पढ़न लई कहा तू पढ़न लग पिया, तेनों कमाउण लई भी कहा सी। ध्यान मार के वेखो, गुरु नानक साहब महाराज जी की जप जी की पहली बाणी नूं तुसीं पढ़ो, कहते दुख खत्म होणगे सुख मिलेगा, पर किवें? मेरे सतगुरु जी कहते गा भी है सुनी है, गाया कर भाई सुनिया कर। उस तो बाद जी मन रखिए भाऊ, जो गाया है जिहड़ा वचन सुनिया है उहदे नाल अपने मन विच प्रीत बना लै, उहनूं अपने मन विच धारण कर लै, उस वचन नूं कमा लै। जिद्दण कमाएगा दुख पर हर सुख कर लै जाए, उदण दुखां नूं त्यागेगा तो असली सुख नूं अपने घर विच प्राप्त कर लवेगा। जे गाउण तो बाद सुनेगा, सुने तो बाद कमावेगा। बस इत्थे ही घाट है। सब कुछ आपां वधिया करदे हां, बस जदों कमाउण दी गल आउंदी ना उदों पासे हट जाने। भगत परमानंद जी ने तां ही हलूणा दे के एक गल कही सी, कहंदे तैं नर क्या पुराण सुन कीना। प्यारिया तू अनेकों तरह के धार्मिक ग्रंथां नूं सुनिया, पर यह दस सुनन तो बाद कीता की? हुण ध्यान दिओ, तै नर क्या पुराण सुन कीना, कीता की? ये दस। सुनन तो बाद की करना सी? कुछ करना सी। मेरे पातशाह जी कहते तै नर क्या पुराण सुन कीना, अन्न पावनी भगत नहीं उपजी, भूखे दान ना दीना। ना रब की भगती तेरे अंदर पैदा हुई, ना किसी गरीब की हैल्प करन दी तेरे अंदर भावना पैदा हुई। हुण ध्यान मार के वेख, काम ना विसरियो, क्रोध ना विसरियो, लोभ ना छूटियो देवा, पर निंदा मुख ते नहीं छूटी, निफल भई सब सेवा। तेरी सारी सेवा निफल हो गई, क्योंकि तू बचन की कमाई नहीं की। गुरु तेग बहादुर महाराज जी ने यही गल्लां समझाइयां। मेरे पातशाह जी
ਜਦੋਂ ਵਾਰਨੇ ਨਗਰ ਦੇ ਵਿੱਚ ਪਹੁੰਚੇ ਨੇ ਨਾ, ਵਾਰਨਾ ਨਗਰ, ਉੱਥੇ ਉਪਦੇਸ਼ ਦਿੱਤਾ ਸੀ ਨਸ਼ਿਆਂ ਦਾ ਤਿਆਗ ਕਰ। ਤੇ ਜਦੋਂ ਮੇਰੇ ਸਤਿਗੁਰੂ ਜੀ ਸਮਾਣੇ ਤੋਂ ਹੁੰਦੇ ਹੋਏ ਚਿਹਕੇ ਨਗਰ ਵਿੱਚ ਪਹੁੰਚੇ, ਇੱਥੇ ਇੱਕ ਮਸੰਦ ਸੀ, ਉਹਦਾ ਨਾਮ ਹੈ ਭਾਈ ਗਲੋਰਾ। ਤੇ ਭਾਈ ਗਲੋਰੇ ਦੇ ਕੋਲ ਪਹੁੰਚ ਕੇ ਮੇਰੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ। ਉੱਥੇ ਬਚਨ ਕਹੇ ਸਨ, ਕਹਿੰਦੇ ਮਾਨਿਓ ਜਿਨੋਂ ਨਾ ਸ਼ਰਧਾ ਲਿਆਏ। ਜਿਹੜੇ ਗੁਰੂ ਦੇ ਪ੍ਰਤੀ ਸ਼ਰਧਾ ਲਿਆ ਕੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ ਸੀ, ਤਿੰਨ ਪ੍ਰਤ ਬੋਲੇ ਸਹਿਜ ਸੁਭਾਏ। ਉਹਨਾਂ ਦੇ ਪ੍ਰਤੀ ਮੇਰੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਸਨ। ਜਿਹੜੇ ਸ਼ਰਧਾ ਲੈ ਕੇ ਆਉਂਦੇ ਨੇ ਉਹ ਕਿਵੇਂ ਸੁੱਖ ਪਾਉਂਦੇ ਨੇ, ਤੇ ਜਿਹੜੇ ਅਸ਼ਰਧਕ ਬਣ ਜਾਂਦੇ ਨੇ, ਬਚਨ ਤੇ ਸੁਣਦੇ ਨੇ ਕਮਾਉਂਦੇ ਨਹੀਂ, ਉਹ ਕਿਵੇਂ ਦੁੱਖ ਪਾਉਂਦੇ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਮਾਨਿਓ ਜਿਨੋਂ ਨਾ ਸਰਦਾ ਲਿਆਏ। ਤਿੰਨ ਪ੍ਰਤ ਬੋਲੇ ਸਹਿਜ ਸੁਭਾਏ। ਜਥਾ ਹੁਤਾਸਨ ਮਹਿਦ ਪ੍ਰਕਾਸ਼ੇ। ਹੋਏ ਸਮੀਪ ਦੁੱਖ ਸੀਤ ਬਿਨਾਸੇ। ਕਹਿੰਦੇ ਜਿਵੇਂ ਅੱਗ ਬਲਦੀ, ਅੱਗ ਬਲੀ, ਉਹਨੇ ਪ੍ਰਕਾਸ਼ ਕੀਤਾ। ਜਥਾ ਹੁਤਾਸਨ ਮਹਿਦ ਪ੍ਰਕਾਸ਼ੇ। ਜਦੋਂ ਅੱਗ ਬਲੀ, ਉਹਨੇ ਆਪਣਿਆਂ ਚਾਨਣ ਪੈਦਾ ਕੀਤਾ, ਹਨੇਰਾ ਵੀ ਦੂਰ ਕਰ ਦਿੱਤਾ। ਤੇ ਜਦੋਂ ਉਹਦੇ ਨੇੜੇ ਕੋਈ ਹੁੰਦਾ, ਥੋੜ੍ਹਾ ਜਿਹਾ ਨੇੜੇ ਹੋ ਜਾਵੇ, ਫਿਰ ਉਹ ਠੰਡ ਰੂਪੀ ਦੁੱਖ ਨੂੰ ਵੀ ਖਤਮ ਕਰਦੀ। ਜਦੋਂ ਨੇੜੇ ਹੋ ਗਏ ਨਾ ਅੱਗ ਦੇ, ਠੰਡ ਦੇ ਦੁੱਖ ਨੂੰ ਖਤਮ ਕਰ ਦਿੱਤਾ। ਹੋਏ ਸਮੀਪ ਦੁੱਖ ਸੀਤ ਵਿਨਾਸੇ। ਹੁਣ ਦੂਜੀ ਗੱਲ ਕਹੀ, ਲੱਖੇ ਨਾ ਤੇਜ ਬੀਚ ਵਰ ਜਾਏ। ਕਹਿੰਦੇ ਅੱਗ ਦੇ ਤੇਜ ਨੂੰ ਜਾਣਿਆ ਨਹੀਂ ਤੇ ਅੱਗ ਦੇ ਵਿੱਚ ਵੜ ਗਿਆ ਜਾ ਕੇ ਬੰਦਾ। ਲੱਖੇ ਨਾ ਤੇਜ ਬੀਚ ਵਰ ਜਾਏ। ਜਰੈ ਅੰਗ ਸੰਕਟ ਵੱਡ ਪਾਏ। ਕਹਿੰਦੇ ਫਿਰ ਇਹੋ ਜਿਹੇ ਬੰਦੇ ਨੇ ਜਿਹਨੇ ਅੱਗ ਦੇ ਤੇਜ ਪ੍ਰਤਾਪ ਨੂੰ ਨਹੀਂ ਜਾਣਿਆ, ਜਦੋਂ ਅੱਗ ਦੇ ਵਿੱਚ ਵੜ ਜਾਂਦਾ ਉਹਦੇ ਅੰਗ ਸੜ ਜਾਂਦੇ ਨੇ ਤੇ ਬਹੁਤ ਦੁੱਖ ਪਾਉਂਦਾ ਹੈ। ਮੇਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਿੰਨ ਸਤਿਗੁਰ ਕੀ ਸੇਵਾ ਅਹੈ। ਅਦਬ ਸਹਿਤ ਕਰ ਸਭ ਸੁਖ ਲਹੈ। ਇਸੇ ਤਰ੍ਹਾਂ ਗੁਰੂ ਦੀ ਸੇਵਾ ਹੈ। ਜਿਹੜੇ ਅਦਬ ਸਤਿਕਾਰ ਦੇ ਨਾਲ ਗੁਰੂ ਦੇ ਬਚਨ ਕਮਾ ਕੇ ਗੁਰੂ ਦੇ ਦੱਸੇ ਰਸਤੇ 'ਤੇ ਤੁਰਦੇ ਨੇ, ਉਹ ਤੇ ਸੁੱਖ ਲੈ ਲੈਂਦੇ ਨੇ। ਜਿਵੇਂ ਅੱਗ ਦੇ ਨੇੜੇ ਜਾ ਕੇ ਦੁੱਖ ਠੰਡ ਦਾ ਖਤਮ ਹੋ ਗਿਆ ਤੇ ਸੁੱਖ ਮਿਲ ਗਿਆ, ਹਨੇਰਾ ਦੂਰ ਹੋ ਗਿਆ। ਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਬਚਨਾਂ ਦੇ ਉੱਪਰ ਸ਼ਰਧਾ ਨਾ ਲਿਆਂਦੀ, ਗੁਰੂ ਦੇ ਬਚਨਾਂ ਨੂੰ ਨਾ ਕਮਾਇਆ, ਮੇਰੇ ਪਾਤਸ਼ਾਹ ਜੀ ਕਹਿੰਦੇ ਨਿਰਭੈ ਹੋਏ। ਸ਼ਰਧਾ ਜਿਨ ਸ਼ੀਨ। ਜਿਹੜੇ ਨਿਰਭੈ ਹੋ ਗਏ, ਗੁਰੂ ਦਾ ਡਰ ਹੀ ਨਹੀਂ ਕੋਈ, ਗੁਰੂ ਦਾ ਭੈ ਹੀ ਨਹੀਂ ਰੱਖਿਆ ਆਪਣੇ ਅੰਦਰ, ਗੁਰੂ ਦਾ ਅਦਬ ਸਤਿਕਾਰ ਹੀ ਨਹੀਂ ਰੱਖਿਆ ਆਪਣੇ ਜੀਵਨ 'ਚ, ਨਿਰਭੈ ਹੋ ਗਏ। ਸ਼ਰਧਾ ਜਿਨ ਸ਼ੀਨ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਸ਼ਰਧਾ ਹੀ ਤਿਆਗ ਦਿੱਤੀ ਹੈ। ਕਰੇ ਅਵੱਗਿਆ ਲਹਿ ਦੁੱਖ ਪੀਨ। ਕਹਿੰਦੇ ਉਹ ਗੁਰੂ ਦੀ ਅਵੱਗਿਆ ਕਰਕੇ, ਗੁਰੂ ਦੀ ਆਗਿਆ ਤੋਂ ਬੇਮੁਖ ਹੋ ਕੇ ਸਦੀਵੀ ਦੁੱਖ ਹੀ ਪਾਉਂਦੇ ਨੇ। ਉਹਨਾਂ ਨੂੰ ਕਦੇ ਸੁੱਖ ਨਹੀਂ ਜੇ ਮਿਲਦਾ। ਇਸ ਕਰਕੇ ਗੁਰੂ ਕੇ ਪਿਆਰਿਓ, ਗੁਰੂ ਚਰਨਾਂ ਵਿੱਚ ਤੁਸੀਂ ਜੁੜੇ ਹੋ, ਰੋਜ਼ਾਨਾ ਗੁਰੂ ਕੀਆਂ ਵਿਚਾਰਾਂ ਸਰਵਣ ਕਰਦੇ ਹੋ, ਗੁਰੂ ਰਾਮਦਾਸ ਜੀ ਦੀ ਗੱਲ ਪ੍ਰਵਾਨ ਕਰਿਓ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ। ਮਾਨੋ ਹਰ ਹਰ ਕਥਾ ਨਿਰਾਲੀ। ਕਹਿੰਦੇ ਜੇ ਗੁਰੂ ਦੇ ਬਚਨਾਂ ਨੂੰ ਭਲਾ ਕਰਕੇ ਮੰਨੇਗਾ ਨਾ, ਫਿਰ ਰੱਬ ਦੀ ਕਥਾ ਕਰਦਿਆਂ ਹੋਇਆਂ ਤੇਰੀ ਚਾਲ ਨਿਰਾਲੀ ਹੋਵੇਗੀ। ਚਾਲ ਨਿਰਾਲੀ ਦਾ ਕੀ ਅਰਥ ਹੈ? ਭਗਤਾਂ ਕੀ ਚਾਲ ਨਿਰਾਲੀ। ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੇ ਏਤ ਮਾਰਗ ਜਾਣਾ। ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਆਪ ਸਮੁੱਚੀਆਂ ਸੰਗਤਾਂ ਦੇ ਉੱਪਰ ਰਹਿਮਤ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਦੇ ਰਹਿਣ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਭਾਈ ਦਰਸ਼ਨ ਸਿੰਘ ਜੀ ਦਾ, ਆਪ ਸਮੁੱਚੇ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਆਪ ਸਰਬੱਤ ਸੰਗਤ ਦੇ ਸਮੁੱਚੇ ਪਰਿਵਾਰਾਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਰਹਿਣ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਅੰਤ ਵਿੱਚ
ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਬਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਹਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੂੰ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਚਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ